ਜਦੋਂ ਆਪਾਂ ਸਿੱਖਿਆ ਦਾ ਜ਼ਿਕਰ ਕਰਦੇ ਹਾਂ ਤਾਂ ਸਿੱਖਿਆ ਤਾਂ ਜਿੰਨੀ ਕਿਹਾ ਜਾਂਦਾ ਹੈ ਕਿ ਵੱਡੀ ਜਾਵੇ ਉਸ ਦੇ ਨਾਲ ਸਭ ਦਾ ਗਿਆਨ ਵੱਧਦਾ ਹੈ ਤਾਂ ਕੀ ਵਾਕਈ ਇਸ ਸਿਧਾਂਤ ਦੇ ਉੱਤੇ ਕਿਉਂਕਿ ਗਵਰਨਰ ਵੀ ਇਸ ਜ਼ਿਕਰ ਕਰਦੇ ਨਜ਼ਰ ਆਏ ਸੀ ਇਸ ਸਿਧਾਂਤ ਦੇ ਉੱਤੇ ਸੋਚਿਆ ਜਾਵੇ ਕਿ ਜੇ ਐਫੀਲੀਏਸ਼ਨ ਮਿਲਦੀ ਹੈ ਤਾਂ ਉਸ ਦੇ ਨਾਲ ਪੰਜਾਬ ਦਾ ਕੀ ਨੁਕਸਾਨ ਹੋਏਗਾ ਸਮਝਣਾ ਸਾਨੂੰ ਹੋਏਗਾ ਜੇ ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਔਰ ਦੂਜੇ ਪਾਸੇ ਸਵਾਲ ਇਹ ਵੀ ਉੱਠਦਾ ਹੈ ਕਿ ਹਰਿਆਣਾ ਪੰਜਾਬ ਯੂਨੀਵਰਸਿਟੀ ਵਾਲੇ ਪਾਸੇ ਐਫੀਲੀਏਸ਼ਨ ਦੀ ਮੰਗ ਕਿਉਂ ਕਰ ਰਿਹਾ ਹੈ ਇੱਕ ਪੁਆਇੰਟ ਇਸ ਦੇ ਵਿੱਚ ਇਹ ਵੀ ਹੈ कि पैसे ਜਿਹੜੇ ਗ੍ਰਾਂਟ ਆਏਗੀ ਹਰਿਆਣਾ ਦੇ ਜ਼ਰੀਏ ਕਿ ਉਸ ਦੇ ਜ਼ਰੀਏ ਪੰਜਾਬ ਯੂਨੀਵਰਸਿਟੀ ਨੂੰ ਕੋਈ ਫਾਇਦਾ ਹੋ ਸਕਦਾ ਹੈ ਜਾਂ ਉੱਥੇ ਜਿਹੜੀਆਂ ਚੀਜ਼ਾਂ ਦੀ ਇਸ ਸਮੇਂ ਘਾਟ ਹੈ ਜਾਂ ਕੁਝ ਪ੍ਰੋਬਲਮਸ ਨੇ ਕਿ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਇਸ ਦੇ ਉੱਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜੋ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਸਾਡੇ ਨਾਲ ਅਹਿਬਾਬ ਗਰੇਵਾਲ ਜੀ ਜੁੜ ਰਹੇ ਨੇ ਰਿਪਰੈਜ਼ੈਂਟ ਕਰਨਗੇ ਆਮ ਆਦਮੀ ਪਾਰਟੀ ਨੂੰ ਗਰੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਅਰਸ਼ਪ੍ਰੀਤ ਖਡਿਆਲ ਜੀ ਜੁੜ ਰਹੇ ਨੇ ਕਾਂਗਰਸ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ ਖਡਿਆਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਭਾਰਤੀ ਜਨਤਾ ਪਾर्टी हरियाणा तो वीरेंद्र चौहान जी जुड़ रहे हैं चौहान साहब आपका भी बहुत बहुत स्वागत है थोड़ी देर श्रोमणी अकाली दल के नुमाइंदे भी साडे नाल होणगे जरूरी सी क्योंकि पंजाब ते हरियाणा का मुद्दा इस करके हरियाणा के नुमाइंदे अज की चर्चा दे विच शामिल होण इस करके असीं हरियाणा बीजेपी नूं अज की चर्चा दे विच बतौर मेहमान सद्दिया होया सारे मेहमानों का बहुत बहुत स्वागत है मैं शुरुआत करदा पर उस तो पहला अज दे डिबेट पॉइंट्स की ने उसका असीं रुख करांगे डिबेट पॉइंट्स क्योंकि इन्हां दे उत्ते अज आपां चर्चा करन दी कोशिश करांगे स्क्रीन दे उत्ते आउणगे डिबेट पॉइंट्स अज दे और ਜਿਹੜੇ डिबेट पॉइंट्स जिस दे उत्ते गलबात होनी जरूरी है पंजाब यूनिवर्सिटी चंडीगढ़ ਜਿਹੜੇ ਇਸ ਸਮੇਂ ਇਸ ਸ਼ੋਅ ਨੂੰ ਦੇਖ ਰਹੇ ਨੇ ਬਹੁਤ ਸਾਰੇ ਅਜਿਹੇ ਵਿਦਿਆਰਥੀ ਵੀ ਹੋਣਗੇ ਲਾਜ਼ਮੀ ਤੌਰ ਤੇ ਜਿਹੜੇ ਪਹਿਲਾਂ ਪੜ੍ਹੇ ਨੇ ਪੰਜਾਬ ਯੂਨੀਵਰਸਿਟੀ ਤੋਂ ਤਾਂ ਬਹੁਤ ਸਾਰੀਆਂ ਯਾਦਾਂ ਉਹਨਾਂ ਦੀਆਂ ਜੁੜੀਆਂ ਹੁੰਦੀਆਂ ਨੇ ਡਿਬੇਟ ਪੁਆਇੰਟਸ ਨੰਬਰ 1 ਜਿਹੜਾ ਪੀਯੂ ਤੇ ਪੰਗਾ ਇਸ ਸਮੇਂ ਪੰਜਾਬ ਯੂਨੀਵਰਸਿਟੀ ਕਿਸ ਦੀ ਹੈ ਇਹ ਕਲੀਅਰ ਹੋਵੇ ਕਿਉਂਕਿ ਜੋ ਰਿਪੋਰਟ ਵੀ ਅਸੀਂ ਤੁਹਾਨੂੰ ਦੱਸੀ ਕਿ ਨਾ ਸੈਂਟਰਲ ਹੈ ਨਾ ਸਟੇਟ ਹੈ ਤਾਂ ਫਿਰ ਪੰਜਾਬ ਯੂਨੀਵਰਸਿਟੀ ਹੈ ਕਿਸ ਦੀ ਕਿ ਪੰਜਾਬ ਦੀ ਹੈ कि पंजाब इस दे उत्ते 100% अपना हक समझ सकता है या सेंटर समझ सकती है या हरियाणा समझ सकता है पॉइंट नंबर 2 ਜਿਹੜਾ सेकंड पॉइंट ਅੱਜ ਦਾ डिबेट पॉइंट्स ਦੇ ਵਿੱਚ ਉਹ ਕੀ ਹੈ ਉਹ ਵੀ ਸਕਰੀਨ ਦੇ ਉੱਤੇ ਆਏਗਾ सेकंड डिबेट पॉइंट है कि हरियाणा ਦਾ ਦਾਅਵਾ ਕਿੰਨਾ ਦਮਦਾਰ ਹੈ ਔਰ ਕਿੰਨਾ ਜਾਇਜ਼ ਹੈ ਇਸ ਦੇ ਉੱਤੇ ਵੀ ਗੱਲ ਕਰਾਂਗੇ ਕਿ ਪੰਜਾਬ ਸਰਕਾਰ ਮੰਨ ਜਾਏਗੀ ਇਸ ਦੇ ਉੱਤੇ ਵੀ ਅਗਲਾ डिबेट पॉइंट ਆਏਗਾ डिबेट पॉइंट नंबर 3 हरियाणा ਦਾ ਦਾਅਵਾ ਕਿੰਨਾ ਦਮਦਾਰ ਤੇ डिबेट पॉइंट नंबर 3 ਕਿ ਪੰਜਾਬ ਸਰਕਾਰ ਜੋ हरियाणा के वालों तर्क दिते जा रहे हैं या जो मंग की जा रही है कि उसके उत्ते पंजाब सरकार सहमति जता देगी हालांकि इस दे उत्ते सीएम बहुत क्लीयर शब्दों के कह गए कि नहीं बिल्कुल भी यह बर्दाश्त नहीं होएगा शुरुआत करते हैं अज की चर्चा की डिबेट पॉइंट्स के आले दुआले असीं कोशिश करांगे कि पूरी चर्चा नूं रखीए इन्हां सवालों के जवाब लै सकीए मैं सब तो पहला आपां पंजाब तो रुख करते हैं फिर हरियाणा वाले भी पासे रुख करांगे अहबाब गरेवाल जी का गरेवाल साहब पॉइंट नंबर 1 ਸਿੱਧੇ ਤੌਰ ਦੇ ਉੱਤੇ ਸਮਝਣਾ ਔਰ ਜਾਣਨਾ ਤੁਹਾਡੇ ਤੋਂ ਚਾਹੁੰਦੇ ਆ ਕਿ ਪੰਜਾਬ ਨੂੰ ਇਤਰਾਜ਼ ਕੀ ਹੈ ਔਰ ਪੰਜਾਬ ਦਾ ਸਟੈਂਡ ਕੀ ਹੈ ਹਰਿਆਣਾ ਦੀ ਇਸ ਮੰਗ ਦੇ ਉੱਤੇ ਗੌਰਵ ਜੀ ਕਲੀਅਰ ਕਰਦਾ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ ਹੈ ਪਹਿਲੀ ਗੱਲ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਨਾਲ ਵੰਡੀ ਗਈ ਹੈ ਜੀ ਜਦੋਂ 47 ਚ ਪੰਜਾਬ ਵੰਡਿਆ ਗਿਆ ਉਦੋਂ ਵੰਡੀ ਗਈ ਜਦੋਂ ਉਸ ਤੋਂ ਬਾਅਦ ਸਿਆਸਤ ਨੇ ਪੰਜਾਬ ਦੂਜੀ ਵਾਰੀ ਵੰਡਿਆ ਫੇਰ ਵੰਡੀ ਗਈ ਹੁਣ ਗੱਲ ਇਹ ਹੈ ਕਿ ਹੁਣ ਜਿਹੜਾ ਰਹਿੰਦ ਖੂੰਦ ਪੰਜਾਬ ਦੀ ਬਚ ਗਈ ਜੇ ਉਹਦੇ ਅਸੀਂ ਵਾਰਸ ਹਾਂ ਤਾਂ ਇਸ ਯੂਨੀਵਰਸਿਟੀ ਦੇ ਵੀ ਅਸੀਂ ਵਾਰਸ ਹਾਂ ਐਸ ਫਾਰ ਐਸ ਪੈਸੇ ਇਜ਼ ਕੰਸਰਨਡ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਦਾ ਰਿਕਾਰਡ ਬਜਟ ਹੈ ਐਜੂਕੇਸ਼ਨ ਤੇ ਮਨੀ ਵਿਲ ਨੈਵਰ ਬੀ ਅ ਕੰਸਰਨ ਫॉर ਪੰਜਾਬ ਯੂਨੀਵਰਸਿਟੀ ਪੰਜਾਬ ਸਰਕਾਰ ਇਸ ਗੱਲ ਲਈ ਬਿਲਕੁਲ ਕਲੀਅਰ ਹੈ ਦੂਜੀ ਗੱਲ ਸਿੱਖਿਆ ਤੁਸੀਂ ਬਿਲਕੁਲ ਸਹੀ ਕਿਹਾ ਵੰਡੇ ਤੇ ਹੀ ਵੱਧਦੀ ਹੈ ਜਿਹਦੇ ਤੇ ਕੰਟਰੋਲ ਦੀ ਗੱਲ ਅਸੀਂ ਰੱਖਦੇ ਹਾਂ ਪਰ ਜੇ ਸਿੱਖਿਆ ਵੰਡਣੀ ਹੋਵੇ ਮਾਨ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ ਮੈਂ ਸਾਰੇ ਸਟੇਕ ਹੋਲਡਰਸ ਨਾਲ ਗੱਲ ਕਰੂੰਗਾ ਐਂਡ ਬੜੀ ਖੁਸ਼ੀ ਦੀ ਗੱਲ ਹੈ ਕਿ ਹਰਿਆਣੇ ਦੇ ਪੰਜਾਬੀ ਹੁਣ ਇੱਕ ਮਹਿਸੂਸ ਕਰਨ ਲੱਗ ਗਏ ਹਿਮਾਚਲੀ ਵੀ ਇੱਕ ਮਹਿਸੂਸ ਕਰਨ ਲੱਗ ਗਏ ਕਿਸਾਨ ਅੰਦੋਲਨ ਤੋਂ ਬਾਅਦ ਤੇ ਜੇ ਹਰਿਆਣੇ ਵਾਲੇ ਭਰਾ ਤੇ ਸਿੱਖਿਆ ਲੈਣੀ ਚਾਹੁੰਦੇ ਆ ਮੇਰਾ ਵਿਅਕਤੀਗਤ ਮੰਨਣਾ ਕਿ ਮੋਸਟ ਵੈਲਕਮ ਹਾਂ ਪੰਜਾਬ ਦਾ ਕੰਟਰੋਲ ਲਏਗਾ ਅਫੀਲੀਏਸ਼ਨ ਤੇ ਮਾਨ ਸਾਹਿਬ ਨੇ ਕਿਹਾ ਅਸੀਂ ਸਲਾਹ ਕਰਕੇ ਗੱਲ ਕਰ ਲਾਂਗੇ ਐਂਡ ਜੋ ਵੀ ਹੋਏਗਾ ਜੋ ਬੈਸਟ ਹੋਏਗਾ ਅਸੀਂ ਕਰ ਲਾਂਗੇ ਗੱਲ ਸਾਡੀ ਹੈ ਜੀ ਕਿ ਹੁਣ ਲੋਕ ਇਹ ਇੱਕ ਤੁਸੀਂ ਦੇਖੋ ਇੱਕ ਰਿਵਰਸ ਚੀਜ਼ ਚੱਲ ਰਹੀ ਹੈ ਪਹਿਲਾਂ ਸਾਨੂੰ ਅੱਡ-ਅੱਡ ਚੀਜ਼ਾਂ ਤੇ ਲੜਾਇਆ ਜਾਂਦਾ ਸੀ ਹੁਣ ਸਾਨੂੰ ਇਹ ਕਿਹਾ ਜਾ ਰਿਹਾ ਕਿ ਸਾਨੂੰ ਇਕੱਠੇ ਕਰੋ ਤੇ ਜੇ ਇਕੱਠੇ ਕਰਨ ਦੀ ਗੱਲ ਹੈ ਤਾਂ ਫਿਰ ਇਕੱਠੇ ਕਰਨ ਦਾ ਹੱਲ ਹੋ ਜਾਏਗਾ ਹਾਂ ਕੰਟਰੋਲ ਤੇ ਫਾਈਨੈਂਸਿਸ ਦੀ ਗੱਲ ਹੈ ਉਹਦੇ ਲਈ ਪੰਜਾਬ ਸਰਕਾਰ ਵਚਨਬੱਧ ਹੈ ਜਿੰਨੇ ਸਟੇਕ ਹੋਲਡਰ ਨੇ ਉਹਨਾਂ ਨਾਲ ਗੱਲ ਕੀਤੀ ਜਾਵੇ ਮੈਂ ਵੀ ਇੱਕ ਸਟੂਡੈਂਟ ਰਿਹਾ ਮੇਰੇ ਨਾਲ ਵੀ ਹਰਿਆਣੇ ਤੋਂ ਹਿਮਾਚਲ ਤੋਂ ਕਾਫੀ ਸਟੂਡੈਂਟਸ ਪੜ੍ਹਦੇ ਸੀ ਸਾਡੇ ਭਰਾ ਸੀ ਸਾਡੇ ਦੋਸਤ ਨੇ ਅੱਜ ਵੀ ਸਾਡੇ ਮਿੱਤਰ ਨੇ ਘਰੇ ਆਉਣਾ ਜਾਣਾ ਪਰਿਵਾਰਕ ਰਿਸ਼ਤੇ ਨੇ ਤੇ ਹੁਣ ਜੇ ਸਾਡੇ ਬੱਚੇ ਵੀ ਪੜ੍ਹ ਲੈਣਗੇ ਤੇ ਇਹਦੇ 'ਚ ਕੋਈ ਹਰਜ਼ ਨਹੀਂ ਬਟ ਇਹ ਕਿਉਂਕਿ ਪੰਜਾਬ ਦਾ ਜੋ ਪੰਜਾਬ ਦਾ ਟਰੰਕੇਟਡ ਪੰਜਾਬ ਜੋ ਬਚਿਆ ਜੇ ਉਹਦੇ ਹਿੱਸੇ ਦੀ ਯੂਨੀਵਰਸਿਟੀ ਤੇ ਪੰਜਾਬ ਦਾ ਕੰਟਰੋਲ ਉੱਤੇ ਰਹੇਗਾ ਹਰਿਆਣੇ ਵਾਲੇ ਭਰਾਵਾਂ ਨਾਲ ਸਿੱਖਿਆ ਸ਼ੇਅਰ ਕਰਨੀ ਮੈਂ ਥੋੜਾ ਸੌਖਾ ਕਰਦਾ ਇਸ ਪੂਰੀ ਗੱਲ ਨੂੰ ਜੋ ਗਰੇਵਾਲ ਸਾਹਿਬ ਤੁਸੀਂ ਕਹਿ ਰਹੇ ਹੋ ਕਲੀਅਰ ਕਰ ਦਿਓ ਤੁਸੀਂ ਕਹਿ ਰਹੇ ਹੋ ਕਿ ਹਰਿਆਣਾ ਨੂੰ ਐਫੀਲੀਏਸ਼ਨਸ ਕਾਲਜਸ ਨੂੰ ਮਿਲੇ ਕੋਈ ਪ੍ਰੋਬਲਮ ਨਹੀਂ ਉਸ ਦੇ ਉੱਤੇ ਆਪਾਂ ਚਰਚਾ ਕਰ ਸਕਦੇ ਹਾਂ ਹਰਿਆਣਾ ਦੇ ਕਾਲਜਸ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਨਾਮ ਦੇ ਉੱਤੇ ਬੱਚੇ ਪੜ੍ਹਨ ਕੋਈ ਪ੍ਰੋਬਲਮ ਨਹੀਂ ਉਸ ਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ
ਪਰ ਜੇਕਰ ਤੁਸੀਂ ਕਹੋ ਕਿ 60-20-20 ਵਾਲਾ ਫਾਰਮੂਲਾ ਮਨਜ਼ੂਰ ਨਹੀਂ, ਇਹੀ ਕਹਿਣਾ ਚਾਹ ਰਹੇ ਹੋ? ਸਰ ਮੈਂ ਕਹਿਣਾ ਚਾਹ ਰਿਹਾ ਕਿ ਵਰਲਡ ਦੀ ਟੌਪ 100 ਯੂਨੀਵਰਸਿਟੀਜ਼ ਆਉਂਦੀ ਹੈ, ਸਾਨੂੰ ਬੜਾ ਫਖਰ ਹੈ। ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਜੇ ਹਰਿਆਣਾ ਇਹਦੇ ਵਿੱਚ ਸ਼ੇਅਰ ਕਿ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣੀ ਚਾਹੁੰਦਾ, ਜੀ ਸਦਕੇ ਸਾਡੇ ਬੱਚੇ ਨੇ ਜੀ, ਸਾਡੀ ਧਰਤੀ ਹੈ, ਉਹ ਵੀ ਸਾਡਾ ਹੀ ਹੈ, ਪਹਿਲੀ ਗੱਲ। ਐਂਡ ਥਰਡਲੀ ਦ ਥਿੰਗ ਇਜ਼ ਕਿ ਜਿਹੜਾ ਫਾਈਨੈਂਸ਼ੀਅਲ ਕੰਟਰੋਲ ਹੈ, ਜੇ ਪੈਸੇ ਹੀ ਇਸ਼ੂ ਹੈ, ਪੰਜਾਬ ਸਰਕਾਰ ਕਦੇ ਪਿੱਛੇ ਨਹੀਂ ਹਟੇਗੀ। ਇਹ ਮੇਰਾ ਵਿਅਕਤੀਗਤ ਮੰਨਣਾ ਕਿ ਸਿੱਖਿਆ ਵੰਡਣੀ ਚਾਹੀਦੀ ਹੈ, ਐਂਡ ਆਈ ਐਮ ਸ਼ੋਰ ਮਾਨ ਸਾਹਿਬ ਜਦ ਸਭ ਨਾਲ ਸਲਾਹ ਕਰਨਗੇ ਕੋਈ ਇਹੋ ਜਿਹਾ ਕੰਸੈਂਸਸ ਹੀ ਨਿਕਲੂਗਾ। ਐਂਡ ਅਸੀਂ ਆਪਣੇ ਭਰਾਵਾਂ ਨਾਲ ਸਿੱਖਿਆ ਸ਼ੇਅਰ ਕਰਨ ਨੂੰ ਤਿਆਰ ਹਾਂ। ਕੰਟਰੋਲ ਉਹ ਸਾਡੇ ਕੋਲ ਰਹੇਗਾ ਕਿਉਂਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਜੀ, ਤੇ ਪੰਜਾਬ ਦੀ ਹੈ ਤਾਂ ਪੰਜਾਬ ਕੋਲ ਹੀ ਰਹੇਗੀ। ਪੈਸੇ ਇਜ਼ ਨਾਟ ਐਨ ਇਸ਼ੂ। ਮੈਂ ਵਰਿੰਦਰ ਚੌਹਾਨ ਜੀ ਦਾ ਰੁਖ ਕਰਦਾ। ਇਸ ਵਿਚਾਲੇ ਹਰਜੀਤ ਭੁੱਲਰ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਭੁੱਲਰ ਸਾਹਿਬ ਬਹੁਤ ਬਹੁਤ ਸਵਾਗਤ ਹੈ। मैं ਤੁਹਾਡਾ भी रुख करांगा, पर उस तो पहला आप हरियाणा का एक बार रुख कर लिए। वरिंदर चौहान जी हमारे साथ हैं। चौहान साहब, उम्मीद आवाज तो आपके तक भी पहुंची होगी। फॉर्मूला, बहुत सारे फॉर्मूला का जिक्र हो रहा है, एक फॉर्मूला ये भी जो इस समय आम आदमी पार्टी के प्रवक्ता जिक्र कर रहे हैं। सबसे महत्वपूर्ण बात मैं सबसे पहले ये कहूंगा कि ये दावा करना, ये दम ठोकना कि पंजाब यूनिवर्सिटी केवल पंजाब की है, केवल पंजाबियां दी है, ये ठीक नहीं है। जब 1 नवंबर 1966 पंजाब का बंटवारा हुआ, हरियाणा और पंजाब नाम से दो अलग अलग राज्य बने, उस तारीख तक हम जो हरियाणा आज कहलाते हैं, मैं करनाल में रहता हूं, मैं भी पंजाबी कहलाता था, पंजाब का रहने वाला था। आई वॉज ऑल्सो पंजाबी। फरीदाबाद वाला भी पंजाबी था, और ज्वाइंट पंजाब वाले पंजाबी की पंजाब यूनिवर्सिटी थी। जब पंजाब बंट गया, उसमें से हरियाणा हो गया अलग, कहीं हिमाचल चला गया, और इधर पंजाब एक नई स्टेट के रूप में आ गया, तो ये तय हुआ था कि तीनों, मतलब हरियाणा, पंजाब और हिमाचल, सबकी हिस्सेदारी कहीं ना कहीं किसी न किसी रूप में इस यूनिवर्सिटी में रहेगी। लंबे समय तक गौरव भाई, पंजाब यूनिवर्सिटी का जो बजट है उसमें 20% की कंट्रीब्यूशन हरियाणा की रही, ठीक है, पंजाब की भी बराबर की कंट्रीब्यूशन थी, और 60% हिस्सा बजट का वो केंद्र सरकार से आता रहा। आज केंद्र सरकार 80% बजट देती है, हरियाणा का बजट का कंट्रीब्यूशन कई सालों से, कई दशकों से बंद है, और हरियाणा के जो मेंबर्स हुआ करते थे पंजाब यूनिवर्सिटी की सीनेट में, हमारे मुख्यमंत्री, हमारे एजुकेशन मिनिस्टर, हमारे 2 MLA, हमारे कुछ अधिकारी, वो पंजाब यूनिवर्सिटी की सीनेट के एक्स ऑफिशियो मेंबर हुआ करते थे, ठीक है, फेलोज हुआ करते थे। तो हमारा पंजाब यूनिवर्सिटी में 1 नवंबर 1966 के बाद भी कई दशकों तक हिस्सा रहा। हम ये मानते हैं कि उस हिस्से को केंद्र की सरकार ने, उस समय की 97 की में जो भी सरकार थी, उसकी होम मिनिस्ट्री ने एक नोटिफिकेशन जारी करके हमको उससे अलग कर दिया, हमारे हकों को वहां से समाप्त कर दिया, हमारी रिप्रेजेंटेशन को समाप्त कर दिया। हम अपने उस छीने गए अधिकार को मांग रहे हैं। जहां तक ये बार बार इसको इमोशनल इशू बनाने की बात कर रहे हैं, पंजाब दी है, पंजाब दी कल्चर दा मामला है, पंजाब दी भावनावां दा मामला है। भरा जी, भावनावां जे पंजाब दियां हन ते साडियां भी हन, तुहाडी ते साडी भावनावां ओ कोई वाले दा नहीं। जिन्नी महत्वपूर्ण तुहाडी भावनावां ने, उन्नी साडियां ने। ते अज दी तरीक च भी इस यूनिवर्सिटी दे उत्ते पंजाब दा कंट्रोल नहीं है। पंजाब जस्ट 20% बजट दिंदा है आज भी। शुक्ला ठीक है, नहीं चौहान साहब, आप एक सवाल का जवाब दीजिए। शिक्षा मकसद है हरियाणा का या फिर एडमिनिस्ट्रेटिव कंट्रोल? सुनिए ना, मैं ये कहता हूं, आज भी पंजाब यूनिवर्सिटी के वाइस चांसलर, मतलब वाइस चांसलर का जो ओहदा है जी, वो तो वाइस चांसलर वहां रहते हैं। चांसलर जो होते हैं पंजाब यूनिवर्सिटी के, वो पंजाब के गवर्नर नहीं होते जैसे स्टेट यूनिवर्सिटीज के होते हैं। पंजाब यूनिवर्सिटी के चांसलर का ओहदा पहले दिन से भारत के उपराष्ट्रपति के पास है। ठीक है, केंद्र सरकार की होम मिनिस्ट्री ही पंजाब यूनिवर्सिटी के एक्ट में अमेंडमेंट करती रही है। उसी
केंद्र सरकार की होम मिनिस्ट्री की नोटिफिकेशन से हमारी रिप्रेजेंटेशन वहां खत्म की गई थी। हमारी कुछ सरकारों से उस समय की चूक हुई होगी, हम उसको रिस्टोर करवाने के लिए कह रहे हैं जी। तो कंट्रोल का झगड़ा ही नहीं है, कंट्रोल सेंटर का है। हिस्सेदारी जैसी पंजाब की वैसी हमें भी मिलनी चाहिए। ठीक है, बच्चे हमारे भी आपके भी पढ़ लें। चलो मैं एक रिएक्शन ले लेता हूं। मैं आपने जो पॉइंट कहा है अहबाब गरेवाल जी, खड़ियाल साहब और पुलर जी थोड़ा वेट करो। गरेवाल साहब। चौहान साहब, सिंधु से लेकर यमुना तक सारा पंजाब, हम सब पंजाब के बच्चे, आप भी पंजाबी, मैं भी पंजाबी, हिमाचल वाले भी पंजाबी और पाकिस्तान वाले भी पंजाबी। बंटवारा बीइंग द कीवर्ड, बंटवारे में मुल्क बटा, बंटवारे में स्टेट्स बटी, और बंटवारे में 1990 के हरियाणा ने कहा कि हमें कुरुक्षेत्र यूनिवर्सिटी से दिलवा दीजिए। पंजाब यूनिवर्सिटी बेहतर है और आपका भी उतना ही हक है। हम कहते हैं कंट्रोल जो रहेगा पंजाब के पास, बच्चे तो सबके साझे हैं सर। हम तो चाहते हैं कि बच्चे आके मिलके पढ़े, शिक्षा से मिलें। हम चाहते हैं इतराज है इस दे उत्ते ਜਦੋਂ ਤੁਸੀਂ ਕਹਿੰਦੇ ਹੋ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ सर, जब नाम किया हरियाणा यूनिवर्सिटी, हम पंजाब स्टेट की, तो आप जाइए कि आप भी पंजाबी हैं, मान जाइए आप हरियाणा का नाम, आप मेरी बात सुनिए, आप मान जाइए पंजाबी हैं। हम कहते हैं भाई मानिए, शिक्षा सबकी साझी है, आपके बच्चों को भी शिक्षा मिले, हमारे को भी मिले। हाँ, कंट्रोल जब आपने बंटवारा ही कर लिया, जब बंटवारा हो गया मतलब ਤੁਸੀਂ ਇਹ ਕਹਿ ਰਹੇ ਹੋ ਅਹਿਬਾਬ गरेवाल जी ਕਿ ਵੰਡ ਹੋ ਗਈ ਤੇ ਵੰਡ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਖਾਤੇ ਆਈ। ਅਸੀਂ ਸ਼ੇਅਰ ਕਰਨ ਨੂੰ ਤਿਆਰ ਹਾਂ। ਅਸੀਂ ਸਿੱਖਿਆ ਜੇ ਚੌਹਾਨ ਸਾਹਿਬ ਆਪਾਂ ਬਾਕੀ ਮਹਿਮਾਨਾਂ ਦਾ ਰੁਕ ਕਰੀਏ, ਛੋਟੇ ਰਿਐਕਸ਼ਨ ਲੈ ਲਵਾਂ। ਚੌਹਾਨ साहब, बहुत ब्रीफ इंटरवेंशन मेरी ये है कि बंटवारे में पंजाब यूनिवर्सिटी पंजाब की बही में पंजाब के खाते में नहीं चढ़ी थी। पंजाब यूनिवर्सिटी पर पंजाब रीऑर्गेनाइजेशन एक्ट के तहत हमारा भी हिस्सा उसमें था, आज भी है, और उसको नए से करने की जरूरत है। सर, शिक्षा से मतलब है कि ब्रह्मांडों से मतलब है, शिक्षा है, शिक्षा बांट लेंगे, इसमें क्या है? कंट्रोल है। आप कौन से कंट्रोल का दावा कर रहे हो? आप कौन से कंट्रोल का दावा कर रहे हो? कंट्रोल सेंटर के भाई, हमने पंजाब स्टेट की किसी यूनिवर्सिटी पे थोड़ी अपना दावा किया है। चलो ठीक है चौहान साहब थोड़ा सा इंतजार कीजिए। चौहान साहब और गरेवाल साहब प्लीज थोड़ा जिहा इंतजार करो, ਆਪਾਂ ਸਾਰਿਆਂ ਨੂੰ ਐਡ ਕਰ ਲਈ ਇੱਕ ਵਾਰੀ। ठीक है सर, थोड़ा जिहा वेट कर लो, थोड़ा जिहा वेट कर लो, जरूरी है। ਸਾਡੇ ਨਾਲ ਖੜਿਆਲ ਸਾਹਿਬ ਨੇ, ਹਰਜੀਤ ਭੁੱਲਰ ਜੀ ਨੇ, ਆਪਾਂ ਉਹਨਾਂ ਦਾ ਵੀ ਰਿਐਕਸ਼ਨ ਲੈਣਾ। ਉਹਨਾਂ ਦੀ ਸੱਤਾ ਰਹੀ ਹੈ ਸਰ ਪੰਜਾਬ ਦੇ ਵਿੱਚ ਨਾ, ਇਸ ਕਰਕੇ ਉਹਨਾਂ ਦਾ ਰਿਐਕਸ਼ਨ ਵੀ ਜ਼ਰੂਰੀ ਹੈ। ਥੋੜਾ ਜਿਹਾ ਵੇਟ ਕਰ ਲਿਓ। ਖੜਿਆਲ ਸਾਹਿਬ, ਕਾਂਗਰਸ ਇਸ ਨੂੰ ਕਿਵੇਂ ਦੇਖਦੀ ਹੈ ਔਰ ਸਟੈਂਡ ਕੀ ਹੈ? ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਖੜਿਆਲ ਜੀ ਕਿ ਵਾਕਈ ਹੀ ਇਸ ਦੇ ਉੱਤੇ ਗੌਰ ਕਰਨ ਦੀ ਜ਼ਰੂਰਤ ਹੈ ਜੋ ਹਰਿਆਣਾ ਡਿਮਾਂਡ ਕਰ ਰਿਹਾ ਹੈ। ਗੌਰਵ ਜੀ, ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਪੰਜਾਬ ਦੇ ਹੱਕ ਕੰਪਰੋਮਾਈਜ਼ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪ ਕੀਤੇ ਹੈ। ਚੰਡੀਗੜ੍ਹ ਤੇ ਹੱਕ ਕੰਪਰੋਮਾਈਜ਼ ਕੀਤਾ, SYL ਤੇ ਹੱਕ ਕੰਪਰੋਮਾਈਜ਼ ਕੀਤਾ, BBMB ਇਸ਼ੂ, ਸਿਟਕੋ ਇਸ਼ੂ, ਸੈਂਟਰਲ ਸਰਵਿਸ ਰੂਲਸ ਇਸ਼ੂ। ਉਦੋਂ ਬਾਅਦ ਹਰਿਆਣਾ ਨੇ ਵੱਖਰੀ ਵਿਧਾਨ ਸਭਾ ਦਾ ਇਸ਼ੂ ਰੇਸ ਕੀਤਾ, ਵੱਖਰੀ ਹਾਈ ਕੋਰਟ ਦਾ ਇਸ਼ੂ ਰੇਸ ਕੀਤਾ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀ ਕਿਹਾ ਕਿ ਸਾਨੂੰ ਵੀ ਜੀ ਜ਼ਮੀਨ ਦਿੱਤੀ ਜਾਵੇ ਚੰਡੀਗੜ੍ਹ ਦੇ ਵਿੱਚ ਤਾਂ ਕਿ ਅਸੀਂ ਬਣਾ ਸਕੀਏ। ਤੇ ਤੁਹਾਨੂੰ ਯਾਦ ਹੋਊ ਗੌਰਵ ਜੀ, ਇਹੀ ਆਮ ਆਦਮੀ ਪਾਰਟੀ ਹੈ ਜਿਹੜੀ ਕਹਿ ਰਹੀ ਹੈ ਨਾ ਸਿੱਖਿਆ ਸਭ ਦੀ ਸਾਂਝੀ ਹੈ, ਬੱਚੇ ਸਭ ਦੇ ਸਾਂਝੇ ਹੈ। ਇਹਨਾਂ ਨੇ SYL ਤੇ ਵੀ ਗੱਲ ਕਹੀ ਸੀਗੀ, ਇਹਨਾਂ ਦੇ ਸੁਪਰੀਮੋ ਕੇਜਰੀਵਾਲ ਸਾਹਿਬ ਨੇ, ਕਿ ਪੰਜਾਬ ਦਾ ਵੀ ਹੱਕ ਹੈ ਪਾਣੀ ਤੇ ਹਰਿਆਣੇ ਦਾ ਵੀ ਹੱਕ ਹੈ। ਸਮਝਣ ਦੀ ਇਹ ਲੋੜ ਹੈ ਗੌਰਵ ਜੀ ਕਿ ਹੱਕ ਸਾਡੇ ਕੰਪਰੋਮਾਈਜ਼ ਪੰਜਾਬ ਦੇ ਜਿਹੜੇ ਮੈਂ ਤੁਹਾਨੂੰ ਇਸ਼ੂਜ਼ ਗਿਣਾਏ 8-9, ਇਹ ਕਿਉਂ ਕੰਪਰੋਮਾਈਜ਼ ਹੋ ਰਹੇ ਹੈ? ਕਿਉਂ ਹਰਿਆਣੇ ਵਾਲੇ ਚੀਜ਼ਾਂ ਮੂਵ ਔਨ ਕਰ ਰਹੀਆਂ? ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਔਰ ਸਿਰਫ ਇਲੈਕਸ਼ਨ ਬਾਰੇ ਸੋਚਦੀ ਹੈ, ਵੋਟਾਂ ਬਾਰੇ ਸੋਚਦੀ ਹੈ। ਪੰਜਾਬ ਤਾਂ ਇਹ ਜਿੱਤੀ ਬੈਠੇ, ਨੂੰ ਲੱਗਦਾ 92 MLA ਹੈ, ਬਾ ਉਮਰ ਤਾ ਉਮਰ ਅਸੀਂ ਉਹ ਨਵਾਂਗੇ ਇੱਥੇ, ਭੁਲੇਖਾ ਹੈ, ਨਿਕਲੂਗਾ ਜਲਦੀ। ਤੇ ਇਹ ਇਲੈਕਸ਼ਨ ਪਰਪਸ ਹੈ ਜਿਹਦੇ ਕਰਕੇ ਡਰ ਲੱਗਦਾ ਹੈ ਵੀ ਕਦੇ ਪੰਜਾਬ ਦਾ ਹੱਕ ਇਸ ਇਸ਼ੂ ਤੇ ਵੀ ਨਾ ਗਵਾ ਦੇਣ। ਕਿਉਂਕਿ ਬੀਜੇਪੀ ਲੀਡਰਸ ਨੇ ਨਾ ਹਰਿਆਣਾ ਦੇ ਨੇ, ਉਹਨਾਂ ਨੇ ਗੱਲ ਕਹੀ ਕਿ ਮੀਟਿੰਗ ਦੇ ਵਿੱਚ ਬੜੀਆਂ ਪੋਜ਼ਿਟਿਵ ਡਿਵੈਲਪਮੈਂਟਸ ਹੋਈਆਂ ਹਰਿਆਣੇ ਲਈ। ਉਹਨੂੰ ਪੋਜ਼ਿਟਿਵ ਡਿਵੈਲਪਮੈਂਟ ਤਾਂ ਹਰਿਆਣੇ ਲਈ ਤਾਂ ਹੋਊਗੀ ਜੇ ਹੱਕ ਪੰਜਾਬ ਦਾ ਕਮਜ਼ੋਰ ਹੋਊ ਤੇ ਹਰਿਆਣੇ ਦਾ ਵਧੂਗਾ। ਸੋ ਮੇਰਾ ਆਮ ਆਦਮੀ ਪਾਰਟੀ ਨੂੰ ਸਵਾਲ ਇਹ ਹੈ ਕਿ ਜਿਹੜੀ ਭਗਵੰਤ ਮਾਨ ਸਾਹਿਬ ਨੇ ਵੀਰਵਾਰ ਨੂੰ ਮੀਟਿੰਗ ਕੀਤੀ, ਉਹਦੇ ਵਿੱਚ ਕਿਹਾ ਕੀ ਕਿਹਾ? ਦੂਜੀ ਗੱਲ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੇਰਾ ਇਹ ਸਵਾਲ ਹੈ ਕਿ ਤੁਸੀਂ ਇੰਨੀ ਗੱਲ ਤਾਂ ਦੱਸ ਦਿਓ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਡੈਫਿਸਿਟ ਹੋਣ ਹੀ ਕਿਉਂ ਦੇ ਰਹੀ ਹੈ, ਘਾਟਾ ਫੰਡਸ ਦਾ ਪੈਣ ਹੀ ਕਿਉਂ ਦੇ ਰਹੀ ਹੈ? ਗੌਰਵ ਜੀ, ਜਿਹੜੀ ਸਰਕਾਰ ਗੌਰਵ ਜੀ 20,000 ਕਰੋੜ ਦਾ ਉਹ ਜਿਹੜੀ ਇਹ ਮੁਫਤ ਬਿਜਲੀ ਦਿੰਦੇ ਆ, ਫ੍ਰੀ ਵੀ ਦਿੰਦੇ, ਉਹਦਾ ਬਿੱਲ ਪੇ ਕਰ ਸਕਦੇ ਆ PSPCL ਨੂੰ, ਜਿਹੜੇ ਡੀਜ਼ਲ ਪੈਟਰੋਲ ਦੇ ਰੇਟ ਵਧਾ ਸਕਦੇ ਆ, ਕਿੰਨੇ ਕਰੋੜ ਐਡਵਰਟਾਈਜ਼ਿੰਗ ਤੇ, ਮਾਰਕੀਟਿੰਗ ਤੇ,
ਬ੍ਰਾਂਡਿੰਗ ਤੇ ਖਰਚ ਸਕਦੇ ਹੈ, ਉਹ ਕੁਝ ਕਰੋੜ ਰੁਪਇਆ ਪੰਜਾਬ ਯੂਨੀਵਰਸਿਟੀ ਤੇ ਖਰਚ ਨਹੀਂ ਸਕਦੇ ਤਾਂ ਕਿ ਜੋ ਸਾਡੀ ਪਛਾਣ ਹੈ, ਜੋ ਨਾਮ ਹੈ ਪੰਜਾਬ ਯੂਨੀਵਰਸਿਟੀ ਸਾਡੀ ਪਛਾਣ। ਚਲੋ ਮੈਂ ਜਵਾਬ ਲੈ ਲਵਾਂ, ਤੁਹਾਡਾ ਪੁਆਇੰਟ ਆ ਗਿਆ ਸਰ। ਦੇਖੋ ਦੂਜਾ ਪੁਆਇੰਟ ਮੈਂ ਅੱਗੇ ਤੁਹਾਡੇ ਤੋਂ ਸਵਾਲ ਇਹ ਵੀ ਪੁੱਛੂੰਗਾ, ਕਿਉਂਕਿ ਜੋ ਪੰਜਾਬ ਯੂਨੀਵਰਸਿਟੀ ਦੀ ਗ੍ਰਾਂਟ ਵਾਲਾ ਮਸਲਾ ਹੈ ਜਾਂ ਫਿਰ ਜਿਹੜੀ ਉਹਨਾਂ ਦੇ ਫੰਡਾਂ ਦੀ ਘਾਟ ਵਾਲਾ ਮਸਲਾ ਹੈ, ਉਹ ਨਵਾਂ ਨਹੀਂ ਹੈ, ਉਹ ਇਸ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਰਹੀਆਂ ਉਸ ਸਮੇਂ ਵੀ ਰਿਹਾ। ਹਰਜੀਤ ਭੁੱਲਰ ਜੀ ਅਕਾਲੀ ਦਲ ਜੀ, ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਬੇਫਿਕਰ ਰਹੋ, ਤੁਸੀਂ ਜਵਾਬ ਦੇਣਾ ਇਸ ਚੀਜ਼ ਦਾ। ਕਾਂਗਰਸ ਅਕਾਲੀ ਦਲ ਦੋਵੇਂ ਜਵਾਬ ਦੇਣਗੇ ਜ਼ਰੂਰ। ਪੰਜਾਬ ਦਾ ਪਹਿਲਾਂ ਕਦੇ ਹੱਕ ਨਹੀਂ ਕੰਪਰੋਮਾਈਜ਼ ਹੋਣ ਦਿੱਤਾ, ਸਿਰਫ ਇੰਨੀ ਗੱਲ ਕਹਿ ਰਹੇ ਜੇ ਫੰਡ ਦਾ ਇਸ਼ੂ ਪਿਆ ਵੀ ਅਸੀਂ ਕਦੇ ਇਹ ਗੱਲ ਨਹੀਂ ਕਹੀ ਵੀ ਸਿੱਖਿਆ ਸਭ ਦੀ ਸਾਂਝੀ ਹੈ, ਕੱਲ ਨੂੰ ਹਿਮਾਚਲ ਵੀ ਕਹੂਗਾ। ਮਤਲਬ ਤੁਸੀਂ ਕਹਿ ਰਹੇ ਹੋ ਕਾਂਗਰਸ ਨੂੰ ਇਤਰਾਜ਼ ਹੈ ਜੇ ਐਫੀਲੀਏਸ਼ਨ ਹੁੰਦੀ ਹੈ ਕਿਸੇ ਕਾਲਜਿਸ ਦੀ ਹਰਿਆਣਾ ਦੇ ਵਿੱਚ? ਗੌਰਵ ਜੀ 1973 ਤੋਂ ਪਹਿਲਾਂ ਹਰਿਆਣੇ ਦਾ ਹੱਕ ਸੀਗਾ, ਨੋਟੀਫਿਕੇਸ਼ਨ ਲਿਆਈ ਗਈ ਸੀਗੀ ਤੇ ਹੱਕ ਨੂੰ ਖਤਮ ਕੀਤਾ ਗਿਆ ਸੀ। ਪੰਜਾਬ ਰਿਕਗਨਾਈਜੇਸ਼ਨ ਐਕਟ 1966 ਨੂੰ ਕਿ ਆਮ ਆਦਮੀ ਪਾਰਟੀ ਅਮੈਂਡ ਕਰਕੇ ਜੇ ਐਫੀਲੀਏਸ਼ਨ ਦੇਤੀ ਗੌਰਵ ਜੀ ਤੇ ਹੱਕ ਤਾਂ ਆਟੋਮੈਟਿਕਲੀ ਕੰਪਰੋਮਾਈਜ਼ ਹੋ ਗਿਆ। ਪਹਿਲਾਂ ਇੱਕ ਸਟੈਪ ਲੈਣਗੇ, ਇੱਕ ਤੋਂ ਬਾਅਦ 10 ਹੋ ਜਾਣਗੇ, 10 ਤੋਂ ਬਾਅਦ 20 ਹੋ ਜਾਣਗੇ, ਸੋ ਇਹ ਕਿਉਂ ਕੰਪਰੋਮਾਈਜ਼ ਕਰ ਰਹੇ ਹੈ? ਚਲੋ ਠੀਕ ਹੈ, ਇਹ ਤਾਂ ਤੁਸੀਂ ਸਿੱਧਾ ਕਲੀਅਰ ਪੁਆਇੰਟ ਬੋਲ ਰਹੇ ਹੋ ਕਿ ਐਫੀਲੀਏਸ਼ਨ ਬਾਰੇ ਵੀ ਸੋਚਣ ਦੀ ਜ਼ਰੂਰਤ ਨਹੀਂ, ਇਹ ਵੀ ਹੱਕ ਕੰਪਰੋਮਾਈਜ਼ ਕਰਨ ਵਾਲੀ ਗੱਲ ਹੋਏਗੀ। ਹਰਜੀਤ ਭੁੱਲਰ ਜੀ ਦਾ ਇੱਕ ਵਾਰ ਰੁਕ ਕਰਦੇ ਹਾਂ, ਬਾਬ ਗਰੇਵਾਲ ਜੀ ਤਿਆਰ ਰਹੋ। ਹਰਜੀਤ ਭੁੱਲਰ ਜੀ, ਅਕਾਲੀ ਦਲ ਇਸ ਨੂੰ ਕਿਵੇਂ ਦੇਖ ਰਿਹਾ? ਤੁਹਾਨੂੰ ਵੀ ਲੱਗਦਾ ਹੈ ਕਿ ਜੇਕਰ ਐਫੀਲੀਏਸ਼ਨ ਕਾਲਜਿਸ ਦੀ ਹੁੰਦੀ ਹੈ ਹਰਿਆਣਾ ਦੇ ਕਾਲਜਿਸ ਦੀ ਪੰਜਾਬ ਯੂਨੀਵਰਸਿਟੀ ਤੋਂ, ਤਾਂ ਪੰਜਾਬ ਦੇ ਹੱਕ ਕੰਪਰੋਮਾਈਜ਼ ਹੋਣਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਯੂਨੀਵਰਸਿਟੀ ਦੇ ਉੱਤੇ ਅਧਿਕਾਰ ਜਾਂ ਕੰਟਰੋਲ ਵਾਲੀ ਸਿਚੁਏਸ਼ਨ ਵੀ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਉਸ ਦਾ? ਗੌਰਵ ਜੀ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਦੇ ਕਾਲਜਿਸ ਤੋਂ ਹੀ ਲੱਗਦਾ ਸੀ, ਔਰ ਪਿਛਲੀ ਵਾਰ ਜਿਸ ਤਰੀਕੇ ਨਾਲ ਸੈਂਟਰ ਸਰਕਾਰ ਨੇ ਵਾਈਸ ਚਾਂਸਲਰ ਜਿਹੜਾ ਬਾਹਰੋਂ ਲਿਆ ਕੇ ਥੋਪਿਆ ਸੀ, ਔਰ ਉਸਨੇ ਜਿਸ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਤਰਾਹੀ ਕਰਾਤੀ ਸਾਰੇ ਪ੍ਰੋਫੈਸਰਾਂ ਦੀ ਵੀ ਸਟੂਡੈਂਟਸ ਦੀ ਵੀ, ਉਹ ਲੁਕਿਆ ਨਹੀਂ ਹੋਇਆ। ਔਰ ਇਹ ਚੋਰ ਮੋਰੀ ਦੇ ਰਾਹੀਂ ਜਿਹੜਾ ਹੈ ਇੱਕ ਪੰਜਾਬ ਯੂਨੀਵਰਸਿਟੀ ਵਿੱਚ ਹੱਕ ਜਤਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਆਪਣੇ ਰਾਈਟਸ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਅਗਰ ਸਟੂਡੈਂਟਸ ਦੇ ਪੜ੍ਹਾਈ ਦੀ ਗੱਲ ਹੈ ਤੇ ਅੱਜ ਦੀ ਡੇਟ ਦੇ ਵਿੱਚ ਵੀ 60% ਜਿਹੜੇ ਸਟੂਡੈਂਟ ਨੇ, 30% ਹਿਮਾਚਲ, 30% ਹਰਿਆਣੇ ਤੋਂ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦੇ ਆ। ਉੱਥੇ ਹਰਿਆਣਾ ਸਟੂਡੈਂਟਸ ਦਾ ਅਲੱਗ ਹੋਸਟਲ ਹੈਗਾ, ਹਿਮਾਚਲ ਸਟੂਡੈਂਟਸ ਦਾ ਅਲੱਗ ਹੋਸਟਲ ਹੈਗਾ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਦੀ ਸੈਂਟਰ ਸਰਕਾਰ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਜਾਂ ਹਿਮਾਚਲ 'ਚ ਕੰਮ ਚੱਲਦਾ ਰਿਹਾ, ਪੰਜਾਬ ਯੂਨੀਵਰਸਿਟੀ ਵਿੱਚ ਹਿਮਾਚਲ ਦੇ ਜਾਂ ਹਰਿਆਣੇ ਦੇ ਲੋਕਾਂ ਨੂੰ ਸਟਾਫ ਦੇ ਵਿੱਚ ਵੀ ਭਰਤੀ ਕੀਤਾ ਗਿਆ। ਇਹ ਮੈਨੂੰ ਲੱਗਦਾ ਵੀ ਜਾਂ ਤਾਂ ਪੰਜਾਬ ਯੂਨੀਵਰਸਿਟੀ ਨਾਲ ਕੋਈ ਇੱਥੋਂ ਲਿੰਕ ਨਹੀਂ ਹੈਗਾ, ਕਿਸੇ ਦਾ ਪਤਾ ਨਹੀਂ, ਲੇਕਿਨ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਦਾ ਜਿਹੜਾ ਉਹਨਾਂ ਦਾ ਪ੍ਰੋਫੈਸਰ ਦਾ ਗ੍ਰੇਡ ਸੀਗਾ, ਪੇ ਸਕੇਲ ਸੀ, ਉਹ ਪੰਜਾਬ ਦੇ ਅਕੋਰਡਿੰਗਲੀ ਸੀਗਾ, ਨਾ ਕਿ ਹਰਿਆਣਾ ਜਾਂ ਸੈਂਟਰ ਦੇ ਅਕੋਰਡਿੰਗ। ਜਿਹੜਾ ਬਾਰ-ਬਾਰ ਕਹ ਰਹੇ ਸੈਂਟਰ ਸਰਕਾਰ ਦੇ ਅੰਡਰ ਆਉਂਦੀ ਹੈ, ਪੰਜਾਬ ਦੇ ਸਕੇਲ ਮਿਲਦੇ ਸੀ ਉੱਥੇ ਪ੍ਰੋਫੈਸਰਸ ਨੂੰ। ਔਰ ਇਹ ਜਿਹੜੀ ਗੱਲ ਕਹਿ ਰਿਹਾ ਕਿ ਜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਫੀਲੀਏਸ਼ਨ ਹੋਣੀ ਚਾਹੀਦੀ, ਕਿਉਂ ਹੋਣੀ ਚਾਹੀਦੀ ਹੈ? ਨਹੀਂ, ਤੁਸੀਂ ਛੱਡਤੀ, ਖਤਮ ਹੋ ਗਈ। ਤੁਸੀਂ ਕੁਰੂਕਸ਼ੇਤਰ ਯੂਨੀਵਰਸਿਟੀ ਲੈ ਲਈ, ਤੁਹਾਡੇ ਅੰਬਾਲਾ ਦੇ ਬਾਰਡਰ ਤੋਂ 50 ਕਿਲੋਮੀਟਰ ਕੁਰੂਕਸ਼ੇਤਰ ਯੂਨੀਵਰਸਿਟੀ ਹੈ, 50 ਕਿਲੋਮੀਟਰ ਪੰਜਾਬ ਯੂਨੀਵਰਸਿਟੀ ਹੈ। ਤੁਸੀਂ ਆਪਣੀ ਯੂਨੀਵਰਸਿਟੀ ਨੂੰ ਉਸ ਲੈਵਲ ਤੇ ਪਹੁੰਚਾਓ। ਔਰ ਮੈਨੂੰ ਤੇ ਇਹ ਬੜਾ ਹਾਸੋਹੀਣਾ ਲੱਗ ਰਿਹਾ ਹੈ ਕਿ ਆਪਾਂ ਕਿਸ ਤਰ੍ਹਾਂ ਆਪਣੇ ਹੱਕ ਸਰੈਂਡਰ ਕਰੀ ਜਾ ਰਹੇ ਹਾਂ। ਬਾਬ ਗਰੇਵਾਲ ਜੀ ਕਿੰਨੇ ਆਰਾਮ ਨਾਲ ਕਹਿ ਰਹੇ ਨੇ ਅਸੀਂ ਐਫੀਲੀਏਸ਼ਨ ਦੇ ਦਾਂਗੇ, ਆਹ ਕਰ ਦਾਂਗੇ। ਅੱਜ ਐਫੀਲੀਏਸ਼ਨ ਦੋਗੇ, ਕੱਲ ਨੂੰ ਤੁਸੀਂ ਹੱਕ ਦੇ ਦੋਗੇ। ਵਾਈਸ ਚਾਂਸਲਰ ਹਰਿਆਣੇ ਦਾ ਲੱਗਿਆ ਕਰੂਗਾ ਆ ਕੇ। ਮਤਲਬ ਤੁਸੀਂ ਕਰਨਾ ਕੀ ਚਾਹੁੰਦੇ ਹੋ? ਤੁਸੀਂ ਪੰਜਾਬ ਦੀ ਇੱਕ ਚੀਜ਼ ਕਰਕੇ ਔਰ ਸਿਰਫ ਇਸ ਕਰਕੇ ਕਿ ਕੇਜਰੀਵਾਲ ਹਰਿਆਣੇ ਤੋਂ ਹੈ ਔਰ ਹਰਿਆਣਾ 'ਚ ਤੁਸੀਂ ਇਲੈਕਸ਼ਨ ਲੜਨੀ ਚਾਹੁੰਦੇ ਹੋ ਕਿ ਨਹੀਂ? ਤੁਸੀਂ ਹਰ ਚੀਜ਼ ਜਿਹੜੀ ਹਰਿਆਣੇ ਨੂੰ ਲੁਟਾ ਦੇਣਾ ਚਾਹੁੰਦੇ ਹੋ। ਮਤਲਬ ਇਹ ਬੇਈਮਾਨੀ ਹੈ ਬਿਲਕੁਲ ਜਿਹੜੀ ਹੈਗੀ ਹੈ ਸਰਕਾਰ ਦੀ ਪੰਜਾਬ ਦੇ ਨਾਲ। ਆਮ ਆਦਮੀ ਪਾਰਟੀ ਜਿਹੜੀ ਹੈ, ਇੱਕ ਮਿੰਟ ਮੇਰੀ ਗੱਲ ਪੂਰੀ ਹੋਣ ਦਿਓ, ਕਿਉਂਕਿ ਜਿਹੜੀ ਐਜੂਕੇਸ਼ਨ ਔਰ ਹੈਲਥ ਦੀ ਗੱਲ ਕਰਦੀ ਹੈ, ਅੱਜ ਪੀਜੀਆਈ ਜਿਹਦੇ ਵਿੱਚ ਪੰਜਾਬ ਤੋਂ ਬਹੁਤ ਸਾਰੇ ਲੋਕ ਆ ਕੇ ਇਲਾਜ ਕਰਾਉਂਦੇ ਨੇ, ਪੀਜੀਆਈ ਦਾ ਲਗਭਗ 20 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਸਿਰ ਤੇ ਖੜਾ ਹੈ, ਜਿਹੜਾ ਦੇ ਨਹੀਂ ਰਹੇ। ਇਹ ਹੈਲਥ ਦੀ ਗੱਲ ਕਰਦੇ ਨੇ। ਐਜੂਕੇਸ਼ਨ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਪੈਸਾ ਇਹਨਾਂ ਦੇ ਸਿਰ ਤੇ ਖੜਾ ਹੈ, ਪੰਜਾਬੀ ਯੂਨੀਵਰਸਿਟੀ ਦਾ ਪੈਸਾ ਖੜਾ ਹੈ, ਇਹ ਉਹ ਪੈਸਾ ਨਹੀਂ ਦੇ ਰਹੇ। ਇਹ ਐਜੂਕੇਸ਼ਨ ਦੀ ਗੱਲ ਕਰਦੇ ਨੇ ਔਰ ਉੱਤੋਂ ਦੀ ਹੱਕ ਸਰੈਂਡਰ ਕਰਨ ਦੀ ਗੱਲ ਕਰਦੇ ਨੇ। ਅੱਜ ਚੋਰ ਮੋਰੀ ਦੇ ਰੂਹ ਵੜਨਗੇ। ਐਡਮਿਸ਼ਨ ਤੇ ਕਹਿੰਦੇ ਰੋਕੀ ਨਹੀਂ, ਹਰਿਆਣਾ ਸਟੂਡੈਂਟ ਦੀ ਅੱਜ ਹੀ ਐਡਮਿਸ਼ਨ ਹੁੰਦੀ ਹੈ, ਹਿਮਾਚਲ ਦੇ ਸਟੂਡੈਂਟ ਦੀ ਅੱਜ ਹੀ ਐਡਮਿਸ਼ਨ ਹੁੰਦੀ ਹੈ, ਕਿਹਨੇ ਨਹੀਂ ਰੋਕੀ? ਉਹਦੇ ਲਈ ਐਫੀਲੀਏਸ਼ਨ ਦੀ ਲੋੜ ਨਹੀਂ ਹੈ। ਠੀਕ ਹੈ, ਚਲੋ ਆਪਾਂ ਜਵਾਬ ਲਈਏ। ਗਰੇਵਾਲ ਸਾਹਿਬ, ਤੁਹਾਡੇ ਵਿਰੋਧੀਆਂ ਨੂੰ ਆਪਾਂ ਜਵਾਬ ਲੈ ਲਿਆ, ਤੁਹਾਡਾ ਪੁਆਇੰਟ ਆ ਗਿਆ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ। ਦੇਖੋ, ਜੋ ਮੈਂ ਸਮਝ ਪਾਇਆ, ਅਕਾਲੀ ਦਲ ਤੇ ਕਾਂਗਰਸ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਇਸ ਦਾ ਵਿਰੋਧ ਕਰ ਰਹੀ ਹੈ ਕਿ ਜੇਕਰ ਕੋਈ ਐਫੀਲੀਏਸ਼ਨ ਵੀ ਹੁੰਦੀ ਹੈ। ਗਰੇਵਾਲ ਸਾਹਿਬ, ਦੇਖੋ ਜੀ, ਮੈਂ ਇੱਕ ਗੱਲ ਕਹਿ ਰਿਹਾ, ਮੈਂ ਪੰਜਾਬ ਯੂਨੀਵਰਸਿਟੀ ਪੜ੍ਹਿਆ ਸਰ। ਮੇਰੇ ਰੂਮਮੇਟ ਸੀ, ਇੱਕ ਨੇਗੀ ਸੀ ਮੁੰਡਾ, ਇੱਕ ਮਲਿਕ ਸੀ। ਨੇਗੀ ਨੌਰਥ ਤੋਂ ਸੀ, ਮਲਿਕ ਕੁਰੂਕਸ਼ੇਤਰ ਤੋਂ ਹੀ ਸੀ ਬਾਈ ਚਾਂਸ। ਚਲੋ,
ਮੈਨੂੰ ਕੁਝ ਬੜਾ ਪਤਾ ਨਹੀਂ, ਸੈਗਰੀਗੇਟ ਕਰਤੇ ਹੋਣੇ ਹੌਸਟਲ ਬਾਅਦ ਚ ਕਿ ਅੱਡ। ਦੂਜੀ ਗੱਲ, ਅਸੀਂ ਇੱਕ ਗੱਲ ਕਹਿ ਰਹੇ ਹਾਂ, ਮੈਂ ਕਦੋਂ ਕਿਹਾ, ਮੈਂ ਕਿਹਾ ਮਾਨ ਸਾਹਿਬ ਨੇ ਕਿਹਾ ਕਿ ਮੈਂ ਸਾਰੇ ਸਟੇਕ ਹੋਲਡਰਸ ਨਾਲ ਸਲਾਹ ਕਰੂੰਗਾ। ਅਸੀਂ ਇੱਕ ਗੱਲ ਨੂੰ ਕਿ ਪੰਜਾਬ ਪੂਰਾ ਪੰਜਾਬ ਇੰਡੀਆ ਵਾਲਾ, ਇਹਦੇ ਬੱਚੇ ਸਾਰੇ ਪੰਜਾਬੀ ਨੇ, ਸਿੱਖਿਆ ਦਾ ਹੱਕ ਸਭ ਨੂੰ ਹੈ, ਪਰ ਕਿਉਂਕਿ ਜਦੋਂ ਇੱਕ ਵੰਡ ਪਏਗੀ, ਬਟਵਾਰਾ ਹੋ ਹੀ ਗਿਆ, ਤਾਂ ਉਹ ਪੰਜਾਬ ਦੇ ਉੱਤੇ ਪੈਸੇ ਇਜ਼ ਨਾਟ ਐਨ ਇਸ਼ੂ। ਅਸੀਂ ਕੰਟਰੋਲ ਐਤਕੀ ਕੰਟਰੋਲ ਕਲੀਅਰ ਹੋ ਜਾਵੇ। ਬਾਕੀ ਸਾਡੇ ਤੇ ਇਲਜ਼ਾਮ ਲਾ ਰਹੇ, ਚੰਡੀਗੜ੍ਹ ਵੀ ਹਰਿਆਣੇ ਨੂੰ ਚਲਾ ਗਿਆ ਜੀ, ਤੇ SYL ਵੀ ਧੜਾ ਪਾਣੀ ਜਾ ਰਿਹਾ ਹਰਿਆਣੇ ਨੂੰ, ਤੇ BBMB ਵੀ ਕੇਂਦਰ ਲੈ ਗਿਆ। ਇਹ ਵੀ ਪੰਜਾਬ ਦੇ ਹੱਕ ਗਵਾਤੇ ਕੀ ਕਰਤਾ। ਅਸੀਂ ਕਹਿ ਰਹੇ ਹਾਂ ਕਿ ਬੰਦੇ ਮਿਲੇ, ਉਹਨਾਂ ਨੇ ਇੱਕ ਪ੍ਰਪੋਜ਼ਲ, ਅਸੀਂ ਕਿ ਤੁਹਾਡਾ ਪ੍ਰਪੋਜ਼ਲ ਸਾਨੂੰ ਨਹੀਂ ਮਨਜ਼ੂਰ, ਮਨੀ ਇਜ਼ ਨਾਟ ਐਨ ਇਸ਼ੂ। ਅਸੀਂ 20,000 ਕਰੋੜ PSPCL ਦਾ ਉਤਾਰਿਆ, 15 ਸਾਲ ਦੀ ਜਿਹੜੀ ਸਬਸਿਡੀ ਸੀ ਉਹ ਉਤਾਰਿਆ ਸਰ। ਨਹੀਂ ਦੇਖੋ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਨਾ ਸਰ, ਦਰਅਸਲ ਇਹੀ ਤੁਹਾਡੇ ਵਿਰੋਧੀਆਂ ਨੂੰ ਲੱਗ ਰਿਹਾ ਕਿ ਗੱਲ ਵੀ ਕਿਉਂ ਕਰਨੀ, ਕਿਹੜੀ ਗੱਲ ਤੋਂ ਗੱਲ ਕਰਨੀ ਆ। ਉਹ ਕਹਿੰਦੇ ਕਿ ਬਿਲਕੁਲ ਸਿਰੇ ਤੋਂ ਨਕਾਰੋ ਇਸ ਚੀਜ਼ ਨੂੰ ਕਿ ਨਹੀਂ ਕੋਈ ਐਫੀਲੀਏਸ਼ਨ ਨਹੀਂ ਹੋਏਗੀ, ਪੰਜਾਬ ਦਾ ਹੱਕ ਹੈ, ਪੰਜਾਬ ਦਾ ਰਹੇਗਾ, ਦੈਟਸ ਇਟ। ਪੜਨ ਆ ਰਹੇ ਹੋ ਬੱਚੇ, ਜੇ ਹਰਿਆਣਾ ਦੇ ਬੱਚੇ ਆਉਂਦੇ ਨੇ, ਉਹ ਅੱਗੇ ਵੀ ਆ ਰਹੇ ਨੇ, ਅੱਗੇ ਵੀ ਆਉਂਦੇ ਰਹਿਣਗੇ। तो मेरे मुख्यमंत्री ने कहा कि मैं सलाह करूंगा, तो मेरी की मजाक है। मेरे मुख्यमंत्री ने कहा कि ਅਸੀਂ ਸਲਾਹ ਕਰਾਂਗੇ, ਪਹਿਲੀ ਗੱਲ। ਦੂਜੀ ਗੱਲ, ਸਾਡਾ ਬੇਸਿਕ ਮੰਨਣਾ ਇਹ ਹੈ ਕਿ ਆਪਾਂ ਨੂੰ ਵੰਡਿਆ ਗਿਆ, ਇਹਨਾਂ ਨੂੰ ਡਰ ਲੱਗਦਾ ਕਿ ਇਕੱਠੇ ਜਨ ਸਿੱਖਿਆ ਕਿਤੇ ਇਕੱਠਾ ਨਾ ਕਰ ਦੇਵੇ। ਤੁਸੀਂ ਇਹ ਇਹਨਾਂ ਨੂੰ ਡਰ ਲੱਗਦਾ। ਮੈਂ ਨਹੀਂ ਕਹਿ ਰਿਹਾ, ਆਈ ਐਮ ਨੋਬਡੀ ਟੂ ਟੇਕ ਅ ਕਾਲ। कहना कि साडे मुख्यमंत्री साहब ने कहा कि मैं सलाह करके कौन मतलब ਤੁਹਾਨੂੰ ਪਿੱਛੇ ਪੋਲੀਟੀਕਲ ਤੌਰ ਦੇ ਉੱਤੇ ਇਹ ਪੂਰਾ ਮਾਮਲਾ ਨਜ਼ਰ ਆ ਰਿਹਾ ਕਿ ਹਰਿਆਣਾ ਤੇ ਪੰਜਾਬ ਵਾਲੇ ਜੇ ਇਕੱਠੇ ਹੋ ਰਹੇ ਹਨ, ਆਪਸੀ ਭਾਈਚਾਰਕ ਸਾਂਝ ਵੱਜ ਰਹੀ ਹੈ, ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਦਿੱਕਤ ਹੋਏਗੀ। ਦੇਖੋ ਸੁੱਖੂ ਜੀ ਉੱਥੇ ਸੈਸ ਮੰਗਦੇ ਆ ਰਾਜਸਥਾਨ, ਗਹਿਲੋਤ ਜੀ ਕਹਿੰਦੇ ਪਾਣੀ ਦੇ ਪੈਸੇ ਨਾ ਲਓ। ਅਸੀਂ ਤਾਂ ਉਹੀ ਕਹਿ ਰਹੇ ਹਾਂ ਕਿ ਆ ਨਾ ਕਰੋ। ठीक है, चलो थोड़े वेट करो, आप छोटा जवाब लेंदे रहिए। चौहान साहब देखिए, बात ये हो रही है, पंजाबी भी तुसी बहुत सोहनी बोलदे हो ते होपफुली समझदे भी हो। गल ये हो रही है कि जदों वंड होई उस तो बाद 73 दे विच तुसी खुद अधिकार छड्डिया, हुण तुसी वापस लैण दी गल करदे हो। पॉइंट नंबर 2 जिहड़ी हरजीत भुल्लर जी ने गल कही, कहंदे अंबाले जिथे जिहड़ा पूरा बॉर्डर है, एक तरीके नाल 50 किलोमीटर चले जाओ कुरुक्षेत्र आ गया, 50 किलोमीटर आ जाओ चंडीगढ़ आ गया, उधर कुरुक्षेत्र वाली यूनिवर्सिटी तुसी रख ली, पंजाब वाली पंजाब कोल रहेगी। देखिए, एक बात को समझना पड़ेगा शुक्ला जी कि जदों वंड होई सी ते वंड दे समय दे उत्ते 1966 च पंजाब यूनिवर्सिटी ओ वंडी नहीं गई सी। आई मीन टू से पंजाब यूनिवर्सिटी वाज नेवर गिवन टू पंजाब। कोई एक सेंटेंस पंजाब रीऑर्गेनाइजेशन एक्ट में कोई एक शब्द बता दीजिए कि पंजाब का जो पंजाब पुनर्गठन अधिनियम के कौन से सेक्शन में यह लिख दिया गया था कि पंजाब यूनिवर्सिटी वो केवल पंजाब की होगी। चंडीगढ़ का भी फाइनल फैसला नहीं हुआ था और पंजाब यूनिवर्सिटी में पंजाब और हरियाणा दोनों बराबर का कंट्रीब्यूशन करके दोनों राज्यों के कॉलेजेस की एफिलिएशन का रास्ता उसमें से बनाया जाना चाहिए था, जो डिसकंटिन्यू किया गया 73 में। और 97 तक हमारे मुख्यमंत्री, हमारे शिक्षा मंत्री, हमारे कुछ विधायक वो पंजाब यूनिवर्सिटी के सीनेट के मेंबर रहे, हमारे अधिकारी वहां होते थे। अर्थात 1966 में पंजाब के बंटवारे के समय पंजाब विश्वविद्यालय पंजाब को पूरी तरह नहीं दिया गया था। किसी ने ये माना नहीं, किसी ने ये कहा नहीं कि ये पंजाब का विश्वविद्यालय है। ये विश्वविद्यालय केंद्र के गृह मंत्रालय के अंतर्गत आज तक चल रहा है। केंद्र सरकार इसमें ठीक है, वो आपके पॉइंट सर। नहीं चौहान साहब देखिए, जो कांग्रेस के प्रवक्ता है वो भी ये बात बोल रहे हैं कि 1973 में आपने खुद छोड़ दी, हरियाणा ने अपनी हिस्सेदारी खुद छोड़ दी। देखिए, मैं ये कह रहा हूं कि छोड़ने पकड़ने का सवाल नहीं है। हमारा हक था, वो डिसकंटिन्यू हुआ, हम उसको दोबारा मांग रहे हैं। हक थोड़ी खत्म हो जाता है, उसके बदले में कुछ दिया था क्या हमें? और दूसरा एक और बात कंफ्यूजिंग की जा रही है। देखिए ये भी पॉइंट होगा ना कि करीब आपको, आप कर लीजिए, कंप्लीट कर लीजिए। हाँ, मैं ये कह रहा हूं कि ये कंफ्यूजन क्यों क्रिएट किया जा रहा है कि हरियाणा को कुरुक्षेत्र यूनिवर्सिटी हरियाणा में बन गई, इसलिए हरियाणा के कॉलेजेस की वहां एफिलिएशन रहनी चाहिए। भाई साहब, जो नया पंजाब बना 1966 में, उसमें अगर कोई पहले से यूनिवर्सिटीज थी, स्टेट यूनिवर्सिटीज, उनमें से किसी स्टेट यूनिवर्सिटी पे हरियाणा ने कभी कोई दावा नहीं किया। पंजाब ने कोई यूनिवर्सिटी नया स्टेट बनने के बाद बनाई, उस पे हमने कभी कोई क्लेम नहीं किया। पंजाब यूनिवर्सिटी तब बनी थी जब हम एक थे। पंजाब यूनिवर्सिटी
बंटवारे के बाद भी हमारा दावा, हमारी हिस्सेदारी, हमारी पार्टिसिपेशन और रिप्रेजेंटेशन थी। ठीक हम है। उसी को रिस्टोर करने के लिए कह रहे हैं। पॉइंट तो वही है ना कि 1973 और 2023 लगभग 50 साल हो गए। आप कह रहे हैं कि 50 साल बाद। भाई 50 हमारे साथ तो जाती होती है ना। आप 66 से आज तक हमें हमारे पानी नहीं दे रहे, और भी कुछ छीनना चाहते हैं। ठीक है, हम चलो तो अपनी बात कहने का हक है कि नहीं? ठीक है, एक बार जवाब लेने दीजिए, जवाब लेने दीजिए खड़ियाल साहब। अहबाब ग्रेवाल जी ਤੁਸੀਂ ਆਨਸਰ ਕਰਿਓ, ਉਸ ਤੋਂ ਪਹਿਲਾਂ ਜਵਾਬ ਲੈ ਲਈਏ। ਖੜਿਆਲ ਸਾਹਿਬ 1973 ਵਾਲਾ ਤੁਸੀਂ ਜ਼ਿਕਰ ਕਰ ਰਹੇ ਸੀ, ਹੋਰ ਕਲੀਅਰ ਕਰ ਦਿਓ ਥੋੜਾ ਜਿਹਾ ਚੌਹਾਨ ਸਾਹਿਬ ਨੂੰ। ਕਹਿੰਦੇ ਉਹ ਤਾਂ ਹੱਕ ਹੈ ਸਾਡਾ, ਹਰਿਆਣਾ ਦਾ ਹੱਕ ਹੈ, ਕਿਸੇ ਸਟੇਟ ਦੇ ਕੋਲ ਤਾਂ ਯੂਨੀਵਰਸਿਟੀ ਸੀ ਹੀ ਨਹੀਂ। ਦੇਖੋ ਗੱਲ ਇਸ ਤਰ੍ਹਾਂ ਗੌਰਵ ਜੀ ਕਿ ਸਿੰਪਲ ਜੀ ਗੱਲ ਹੈ, ਜੇ ਕਾਨੂੰਨ ਦੇ ਵਿੱਚ ਜਾਵਾਂਗੇ ਤੇ ਦਰਸ਼ਕਾਂ ਲਈ ਵੀ ਕੰਪਲੈਕਸ ਬਣੂ। ਮੈਂ ਤੁਹਾਨੂੰ ਸਿੰਪਲ ਜੀ ਗੱਲ ਦੱਸਦਾ, ਐਜ਼ ਆਫ ਨਾਓ ਪੰਜਾਬ ਦਾ ਪੰਜਾਬ ਯੂਨੀਵਰਸਿਟੀ ਦੇ ਆਲਮੋਸਟ ਪੂਰਾ ਹੱਕ ਹੈ। ਹਰਿਆਣੇ ਦੀ ਕੋਈ ਯੂਨੀਵਰਸਿਟੀ ਕਾਲਜ ਕੋਲੇ ਨਹੀਂ ਅਫੀਲੀਏਸ਼ਨ ਹੈਗੀ। ਜੇ ਅਫੀਲੀਏਸ਼ਨ ਉਹਨਾਂ ਕੋਲੇ ਚਲੀ ਜਾਂਦੀ ਹੈ ਤੇ ਸਾਡਾ ਹੱਕ ਕੰਪਰੋਮਾਈਜ਼ ਹੋ ਜਾਊਗਾ। ਇਹ ਤਾਂ ਅੰਡਰਸਟੂਡ ਗੱਲ ਹੈ। ਪੰਜਾਬ ਦੇ ਕਾਲਜਸ ਨੂੰ ਤੁਸੀਂ ਅਫੀਲੀਏਸ਼ਨ ਦਿਵਾ ਲਓ ਨਾ ਪੰਜਾਬ ਯੂਨੀਵਰਸਿਟੀ ਨਾਲ। ਜੇ ਏਡਾ ਹੀ ਆਮ ਆਦਮੀ ਪਾਰਟੀ ਮਤਲਬ ਸਿੱਖਿਆ ਬਾਰੇ ਸੋਚਦੀ ਹੈ, ਨਹੀਂ ਤੁਹਾਡੇ ਮਨ ਦੇ ਵਿੱਚ ਜ਼ੋਰ ਹੈਗਾ। ਕਿਉਂਕਿ ਪਹਿਲਾਂ ਕੀ ਹੋਇਆ ਗੌਰਵ ਜੀ, ਆਮ ਆਦਮੀ ਪਾਰਟੀ ਨੇ ਸਿੱਖਿਆ ਤੇ ਕੀ ਕੀਤਾ, ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਸਟੈਂਡ ਕਿਵੇਂ ਕੰਪਰੋਮਾਈਜ਼ ਹੈ। ਤੇ ਪੰਜਾਬ ਦੀ ਸਰਕਾਰ ਦਾ ਪੰਜਾਬ ਦੇ ਨਾਲ ਸਟੈਂਡ ਘੱਟ, ਦੂਜਿਆਂ ਦੇ ਨਾਲ ਜ਼ਿਆਦਾ। ਕਿਵੇਂ? ਐਜੂਕੇਸ਼ਨ ਦੀ ਇੱਕ ਰਿਪੋਰਟ ਆਈ ਸੈਂਟਰਲ ਏਜੰਸੀ ਦੀ ਵੀ ਪੰਜਾਬ ਦੇ ਸਕੂਲਾਂ ਦਾ ਰੈਂਕ 1 ਆਇਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਰਿਪੋਰਟ ਨੂੰ ਹੀ ਖਾਰਿਜ ਕਰਤਾ। ਇਹ ਕਿਹਾ ਵੀ ਰਿਪੋਰਟ ਹੀ ਗਲਤ ਹੈ। ਪਹਿਲੀ ਸਰਕਾਰ ਦੇਸ਼ ਦੇ ਵਿੱਚ ਦੇ ਸਕੂਲਾਂ ਨੂੰ ਜਿਹੜੀ ਰਿਪੋਰਟ ਰੈਂਕ 1 ਤੇ ਦਿਖਾਉਂਦੀ ਹੈ। ਥੋੜਾ ਆਡੀਓ ਪ੍ਰੋਬਲਮ ਹੈ ਖੜਿਆਲ ਸਾਹਿਬ, ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ ਮੇਰੇ ਤੱਕ, ਦਰਸ਼ਕਾਂ ਤੱਕ ਨਹੀਂ ਪਹੁੰਚ ਰਹੀ। ਹੁਣ ਆ ਰਹੀ ਹੈ ਗੌਰਵ ਜੀ? ਥੋੜੀ ਬੈਟਰ ਹੈ। ਮੈਂ ਹੋਰ ਸਪੈਸੀਫਿਕ ਲੈ ਕੇ ਜਾਣਾ ਤਾਂ ਕਿ ਆਪਾਂ ਛੋਟਾ ਜਵਾਬ ਰੱਖਿਓ। ਤੁਸੀਂ ਕੰਪਰੋਮਾਈਜ਼ ਵਾਲੀ ਗੱਲ ਸਮਝਾਓ ਦਰਸ਼ਕਾਂ ਨੂੰ ਕਿ ਕਾਂਗਰਸ ਨੂੰ ਕਿਉਂ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ, ਦੇਖੋ ਜੇ ਤੁਸੀਂ ਪੰਜਾਬੀ ਹੋ ਤਾਂ ਉਹ ਵੀ ਪੰਜਾਬੀ ਨੇ, ਮੈਂ ਵੀ ਪੰਜਾਬੀ ਹਾਂ, ਸਾਰੇ ਪੰਜਾਬੀ। ਹੁਣ ਗੱਲ ਇਹ ਹੈ ਕਿ ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਕਾਂਗਰਸ ਨੂੰ ਕਿਉਂ ਲੱਗ ਰਿਹਾ ਕਿ ਯੂਨੀਵਰਸਿਟੀ ਦੇ ਮੁੱਦੇ ਉੱਤੇ ਸਰਕਾਰ ਕੰਪਰੋਮਾਈਜ਼ ਮੋਡ ਦੇ ਵਿੱਚ ਹੈ। ਕਿਉਂ ਲੱਗ ਰਿਹਾ ਹੈ? ਤਾਂ ਲੱਗ ਰਿਹਾ ਹੈ ਕਿਉਂਕਿ ਇਹਨਾਂ ਦੇ ਬੁਲਾਰੇ ਜੋ ਪਾਰਟੀ ਦੀ ਸਟੈਂਡ ਨੂੰ ਰਿਪਰੈਜ਼ੈਂਟ ਕਰ ਰਹੇ, ਕਹਿ ਰਹੇ ਹੈ ਅਫੀਲੀਏਸ਼ਨ ਲੈ ਲੈ ਹਰਿਆਣਾ, ਅਫੀਲੀਏਸ਼ਨ ਲੈ ਲੈ। ਉਹ ਭਾਈ ਸਾਹਿਬ ਅਫੀਲੀਏਸ਼ਨ ਕੋਈ ਛੋਟੀ ਮੋਟੀ ਚੀਜ਼ ਥੋੜੀ ਹੈ ਵੀ ਅਫੀਲੀਏਸ਼ਨ ਲੈ ਲੈ। ਮੈਂ ਗੌਰਵ ਜੀ ਇੱਕ ਸਿੰਪਲ ਸਵਾਲ ਕਰਦਾ, ਇਹਨਾਂ ਨੇ ਇਹ ਬਿਆਨ ਦੇਤਾ, ਹਜੇ ਸਟੇਕ ਹੋਲਡਰਸ ਨਾਲ ਕੋਈ ਮੁਲਾਕਾਤ हुई, कोई डिस्कशन नहीं हुई। मैं तो कहना है कि आम आदमी पार्टी ने किनू कुछ किए बयान दिता। पहला सवाल तो यह है भी अफिलिएशन ले लिया रहना। दूसरी गल जे स्टेक होल्डर नू मिलना है, कंसल्ट करना है, तो ऑल पार्टी मीट बुलावे आम आदमी पार्टी, पूरी पंजाब दी पार्टीज ऑन। क्योंकि पार्टीज की है एमएलए रिप्रेजेंटेटिव ने लोकां दे, माउथ पीस ने गौरव 10 सेकंड दो बड़े जरूरी पॉइंट है, माउथ पीस ने लोकां दे वो आके दोनों दसणगे भी ये क्यों गलत है। गौरव जी मैं एक और तुहानू दस्सां, आम आदमी पार्टी की सरकार जी ने पहली दफा नहीं, आम आदमी पार्टी की सरकार ने पंजाबी यूनिवर्सिटी नूं भी ना उन्हां दी डिमांड सीगी 360 करोड़ दी 164 करोड़ रुपया पंजाबी यूनिवर्सिटी पटियाला नूं दित्ता। उत्थे घाटा रख लिया, ऐड ते बथेरे खर्चे कर सकते हैं। मैं कहना आम आदमी पार्टी की सरकार नूं कढे ना 10,000 करोड़ लिकर चों 20,000 करोड़ माइनिंग तो ये 45 करोड़ रुपया। ठीक है, चलो जवाब ले लिया। पुलिस साहब मैं तुहाडे कोल आ रहे हैं। गढ़वाल साहब छोटा जिहा आंसर। गढ़वाल साहब देखो पॉइंट दे उत्ते मैं आवां, पॉइंट दे उत्ते आवां। देखो गल ये है कि जेकर दोबारा आ जाएगा, बहुत सारे पॉइंट हो जाते हैं खड़ियाल साहब, फिर जवाब नहीं लिया जाता। पंजाब ਦੇ ਬਸਿੰਦੇ ਹੋ ਗੌਰਵ ਜੀ, ਤੁਸੀਂ ਪੰਜਾਬ ਦੇ ਬਸਿੰਦੇ ਹੋ ਕਿ ਤੁਸੀਂ ਚਾਹੁੰਦੇ ਹੋ ਐਫੀਲੀਏਸ਼ਨ ਪੰਜਾਬ ਦੇ ਕਾਲਜਸ ਨੂੰ ਨਾ ਮਿਲੇ ਤੇ ਹਰਿਆਣਾ ਦੇ ਕਾਲਜਸ ਨੂੰ ਮਿਲ ਲੱਗ ਜੇ। ਕੰਪੀਟੀਸ਼ਨ ਆਲਰੇਡੀ ਇੰਨਾ ਜ਼ਿਆਦਾ ਹੈ, ਆਪਾਂ ਕਿਉਂ ਆਪਦੇ ਹੱਕ ਨੂੰ ਘਟਾ ਕੇ ਮੈਂ ਬਿਲਕੁਲ ਇੱਕ ਨਾਰਮਲ ਪੰਜਾਬੀ ਦੀ ਤਰ੍ਹਾਂ ਸੋਚ ਰਿਹਾ। ਮੈਂ ਸੋਚ ਰਿਹਾ ਮੈਨੂੰ ਸਮਝਾ ਦਿਵੋ ਕਿ ਆਖਿਰ ਇਸ ਦੇ ਨਾਲ ਨੁਕਸਾਨ ਕੀ ਹੋਏਗਾ। ਲੋਕ ਇਹੀ ਜਾਣਨਾ ਚਾਹੁੰਦੇ ਨੇ, ਡਿਬੇਟ ਆਪਾਂ ਕਰ ਹੀ ਤਾਂ ਰਹੇ ਹਾਂ ਕਿ ਦੱਸ ਦੋ ਕਿ ਨੁਕਸਾਨ ਕੀ ਹੋਏਗਾ ਇਸ ਦਾ। ਜੇ ਆਮ ਆਦਮੀ ਪਾਰਟੀ ਸੋਚ ਰਹੀ ਹੈ ਕਿ ਆਪਾਂ ਐਫੀਲੀਏਸ਼ਨ ਕਰਵਾ ਦਈਏ ਤਾਂ ਇੱਕ ਨਾਰਮਲ ਪੰਜਾਬੀ ਘਰ ਬੈਠ ਕੇ ਮੇਰੀ ਤਰ੍ਹਾਂ ਸੋਚ ਰਿਹਾ ਹੋਏਗਾ ਕਿ ਆਮ ਆਦਮੀ ਪਾਰਟੀ ਸਮਝਾ ਦੇ ਫਾਇਦਾ ਕੀ ਹੋਏਗਾ। ਜੇ ਕਾਂਗਰਸ ਕਹਿ ਰਹੀ ਹੈ ਨਹੀਂ ਹੋਣਾ ਚਾਹੀਦਾ ਤਾਂ ਕਾਂਗਰਸ ਸਮਝਾ ਦੇਵੇ ਨੁਕਸਾਨ ਕੀ ਹੋਏਗਾ। ਮੈਂ ਦੱਸਦਾ ਥੋੜਾ ਵੇਟ ਕਰੋ ਸਰ, ਮੈਂ ਤੁਹਾਡੇ ਤੋਂ ਜਵਾਬ ਲੈ ਲੂੰਗਾ। ਆਪਾਂ ਸਾਰਿਆਂ ਦਾ ਰੁਕ ਕਰ ਲਈਏ ਇੱਕ ਵਾਰੀ। ਹਰਜੀਤ ਭੁੱਲਰ ਜੀ ਦਾ ਮੈਂ ਇੱਕ ਵਾਰੀ ਰੁਕ ਕਰ ਲਵਾਂ। ਭੁੱਲਰ ਸਾਹਿਬ ਤੁਸੀਂ ਆਪਣੀ ਗੱਲ ਰੱਖ ਦਿਓ, ਇਕੱਠੇ ਜਵਾਬ ਲਵਾਂਗੇ ਆਪਾਂ ਗਰੇਵਾਲ ਜੀ ਤੋਂ। ਗੌਰਵ ਜੀ ਗੱਲ ਇਸ ਤਰ੍ਹਾਂ ਹੈਗੀ ਹੈ, ਅਹਬਾਬ ਗਰੇਵਾਲ ਜੀ ਜਿਹੜੀ ਗੱਲ ਕਰ ਰਹੇ ਨੇ ਬਾਰ-ਬਾਰ ਕਿ ਜੀ ਨਹੀਂ ਜੀ ਸੀਐਮ ਸਾਹਿਬ ਨੇ ਕਿਹਾ ਵੀ ਮੈਂ ਸਲਾਹ ਕਰਕੇ ਫਿਰ ਦੱਸੂਗਾ। ਆਪਣਾ ਹੋਮਵਰਕ ਕਰਕੇ ਜਾਣਾ ਚਾਹੀਦਾ ਸੀ। ਅੱਜ ਮੀਟਿੰਗ ਸੀ, ਅੱਜ ਸਲਾਹ ਮਸ਼ਵਰਾ ਕਰਕੇ ਤੁਸੀਂ ਆਪਣੀ ਕੈਬਨਿਟ 'ਚ ਗੱਲ ਰੱਖ ਕੇ
ਤਾਂ ਚਲੇ ਜਾਂਦੇ। ਗੱਲ ਇਹ ਹੈ ਕਿ ਤੁਹਾਨੂੰ ਉੱਥੇ ਕੋਈ ਗੱਲ ਨਹੀਂ ਆਈ, ਇਹਦਾ ਮਤਲਬ। ਔਰ ਦੂਸਰੀ ਗੱਲ ਜਿਹੜੀ ਹੈ, ਹਰਿਆਣਾ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਬਦਲੇ ਮਿਲੀ ਪੰਜਾਬ ਯੂਨੀਵਰਸਿਟੀ ਦੇ, ਔਰ ਹਿਸਾਰ ਯੂਨੀਵਰਸਿਟੀ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈ ਮਿਲੀ ਪੀਏਯੂ ਦੇ ਬਦਲੇ। कैसी बात दो यूनिवर्सिटियां ਇਹਨਾਂ ਨੂੰ ਜਿਹੜੀਆਂ सेंट्रल सरकार की मदद ਨਾਲ मिली दोनों। एक मिनट जी, मैं आपकी बातें बोला नहीं हूं। दूसरी गल, आ 6 फेस गवर्नमेंट कॉलेज है मोहाली ਦੇ ਵਿੱਚ, 8 किलोमीटर है यूनिवर्सिटी पंजाब यूनिवर्सिटी ਤੋਂ, ਤੇ ਉਹਦੀ ਐਫੀਲੀਏਸ਼ਨ ਕਿਹਦੇ ਨਾਲ ਹੈ? ਪੰਜਾਬੀ ਯੂਨੀਵਰਸਿਟੀ ਦੇ ਨਾਲ। ਇਹ 50 ਕਿਲੋਮੀਟਰ ਤੋਂ ਐਫੀਲੀਏਸ਼ਨ ਕਰਾਉਣੀ ਚਾਹੁੰਦੇ ਨੇ ਪੰਜਾਬ ਯੂਨੀਵਰਸਿਟੀ ਨਾਲ, ਤੇ ਸਾਡੇ ਜਿਹੜੇ ਕਾਲਜ ਇੱਥੇ 7-8 ਕਿਲੋਮੀਟਰ ਤੇ ਨੇ, ਉਹ ਪੰਜਾਬੀ ਯੂਨੀਵਰਸਿਟੀ ਨਾਲ 70 ਕਿਲੋਮੀਟਰ ਦੂਰ ਯੂਨੀਵਰਸਿਟੀ ਨਾਲ ਹੈ। ਤੇ ਸਿਸਟਮ ਦੇਖੋ ਨਾ। ਔਰ ਜਦੋਂ ਤੁਸੀਂ ਸਿਸਟਮ ਜਿੰਨੀ ਮੇਰੀ ਨੌਲੇਜ ਹੈ, ਪੰਜਾਬੀ ਯੂਨੀਵਰਸਿਟੀ ਤੋਂ ਬੜੇ ਆ, ਅੱਜ ਇਹ ਡਿਸਟ੍ਰਿਕਟ ਵੰਡੇ ਹੋਏ ਨੇ। ਕੁਝ ਡਿਸਟ੍ਰਿਕਟ ਹੈਗੇ ਜਿਹੜੇ ਪੰਜਾਬ ਯੂਨੀਵਰਸਿਟੀ ਤੋਂ ਐਫੀਲੀਏਸ਼ਨ ਹੋਣਗੇ ਕਾਲਜਸ ਦੀ, ਜਿਵੇਂ ਹੁਣ ਲੁਧਿਆਣਾ ਹੈਗਾ ਤਾਂ ਪੰਜਾਬ ਯੂਨੀਵਰਸਿਟੀ ਦੇ ਰੋਪੜ ਵੀ ਪੰਜਾਬ, ਰੋਪੜ ਲੁਧਿਆਣਾ ਵੀ ਪੰਜਾਬ ਯੂਨੀਵਰਸਿਟੀ ਨਾਲ, ਲੁਧਿਆਣਾ ਅੱਜ ਵੀ ਹੈਗਾ। ਪਰ ਪੁਆਇੰਟ ਹੈ ਕਿ ਡਿਸਟ੍ਰਿਕਟ ਮੋਹਾਲੀ ਆ ਗਿਆ ਨਾ, ਮੋਹਾਲੀ ਪੰਜਾਬੀ ਦੇ ਨਾਲ ਗੱਲ ਕੰਪਲੀਟ ਹੋਣ ਦਿਓ। ਇੱਕ ਮਿੰਟ ਮੇਰੀ ਗੱਲ ਕੰਪਲੀਟ ਹੋਣ ਦਿਓ, ਗੌਰਵ ਜੀ, ਬਰਾਬਰ ਦਾ ਟਾਈਮ ਦਿਆ ਕਰੋ। ਦੇਖੋ ਤੁਸੀਂ, ਹਾਂ ਦੇਖੋ, ਅੱਜ ਹਰਿਆਣਾ ਤੋਂ ਅੱਜ ਬਾਤ ਕਰ ਰਹੇ ਕਹਿੰਦੇ ਉੱਥੋਂ ਸਟੂਡੈਂਟ ਜਿਹੜੇ ਨਹੀਂ ਐਡਮਿਸ਼ਨ ਲੈ ਲੈਣ ਜੀ, ਐਫੀਲੀਏਸ਼ਨ ਕਰਾ ਲੈਣ ਜੀ, ਕੋਈ ਚੱਕਰ ਨਹੀਂ। ਕੱਲ ਨੂੰ ਕਹਿਣਗੇ ਸਾਡੇ ਸੈਂਟਰ ਦੇ ਮੈਂਬਰ ਵੀ ਲੋ ਜੀ ਹੁਣ। ਤੀਸਰਾ ਕਹਿਣਗੇ ਸਾਡੇ ਜਿਹੜੇ ਪ੍ਰੋਫੈਸਰ ਨੇ ਉਹ ਡੈਪੂਟੇਸ਼ਨ ਤੇ ਵੀ ਲੋ ਜੀ ਹੁਣ। ਉਸ ਤੋਂ ਬਾਅਦ ਕਹਿਣਗੇ ਸਾਡਾ ਵੀਸੀ ਵੀ ਲੋ ਜੀ ਉੱਥੇ ਹੁਣ। ਤੇ ਉਸ ਤੋਂ ਬਾਅਦ ਕਹਿਣਗੇ ਹਰਿਆਣੇ ਦੀ ਯੂਨੀਵਰਸਿਟੀ ਹੋ ਗਈ। ਮਤਲਬ ਤੁਸੀਂ ਤੇ ਚੋਰ ਮੋਰੀ ਸਾਡੀ ਨੂੰ ਰਸਤਾ ਦੇ ਰਹੇ ਹੋ ਨਾ। जो एक चीज खत्म हो गई, ਉਹਨੂੰ ਕਰ ਜਿਸਨੇ ਕਰਨਾ, ਹੋਰ ਲੋੜ ਹੈ ਹੋਰ ਯੂਨੀਵਰਸਿਟੀ ਬਣਾ ਲੈਣ। ਲੇਕਿਨ ਕਮਜ਼ੋਰ ਸੀਐਮ ਕਮਜ਼ੋਰ ਹੋ ਕੇ ਨਾ ਦਿਖਾਉਣ, ਹੱਥ ਖੜੇ ਕਰਕੇ ਨਾ ਦਿਖਾਉਣ ਕਿ ਹਾਂਜੀ ਅਸੀਂ ਦੇਤਾ। ਠੀਕ ਹੈ, ਤੁਹਾਡਾ ਪੁਆਇੰਟ ਵੈਲਿਡ ਹੈ। ਦੇਖੋ ਗੱਲ ਤਾਂ ਐਵੇਂ ਹੁੰਦੀ ਹੈ ਕਿ ਉਹ ਇੱਕ ਪੰਜਾਬੀ ਚ ਕਹਾਵਤ ਹੈ ਨਾ ਕਿ ਆਪਾਂ ਹੱਥ ਫੜਾਉਣ ਜਾਂਦੇ ਅਗਲਾ ਬਾਹ ਫੜ ਲੈਂਦਾ, ਤਾਂ ਉਹ ਚੀਜ਼ਾਂ ਕਈ ਵਾਰ ਹੁੰਦੀਆਂ ਨੇ। ਇਸ ਕਰਕੇ ਜੋ ਤੁਸੀਂ ਜ਼ਿਕਰ ਕਰ ਰਹੇ ਹੋ, ਗਰੇਵਾਲ ਸਾਹਿਬ, चौहान जी थोड़ा सा इंतजार कीजिएगा, एक बार रिएक्शन जरूर ले लूं। गरेवाल साहब जी, उस यूनिवर्सिटी का नाम पंजाब यूनिवर्सिटी है, पहली गल। पंजाब नाम एक स्टेट है इंडिया, उदू इलावा हिमाचल ते हरियाणा ਅਸੀਂ नहीं कह रहे वंडिया। मेरा जन्म सोलन ਦਾ जी, मेरे नानके कैथल ने, सो ਅਸੀਂ नहीं कुछ वंडिया। पहली गल। दूजी गल, वो पंजाब यूनिवर्सिटी है। ਅਸੀਂ एफिलिएशन मैं बार-बार कह रहा, मैं नहीं बोल रहा जी। मैं क्या मान साहब कह रहे, ਅਸੀਂ कॉल लवांगे सलाह करके स्टेक होल्डर नाल। हाँ, शिक्षा वंडन च साडा कुछ नहीं जांदा जी। ਜੇ ਸਿੱਖਿਆ ਅੱਜ ਵੀ ਹਰਿਆਣੇ ਦੇ ਹਿਮਾਚਲ ਦੇ ਬੱਚੇ ਲੈ ਰਹੇ ਆ, ਸਿੱਖਿਆ ਲੈ ਕੇ ਅੱਗੇ ਜਾ ਰਹੇ, ਤਰੱਕੀਆਂ ਕਰ ਰਹੇ ਆ, ਜਵਾਨੀਆਂ ਮਾਣਨ ਜੀ, ਅੱਗੇ ਵਧਣ। ਮੇਰਾ ਕਹਿਣਾ ਇਹ ਹੈ, ਸਾਡਾ ਹੱਕ ਫਲਾਣਾ, ਇਹ ਸਿਰਫ ਥੀਏਟਰਿਕਸ ਹੈ, ਇਹ ਸਿਰਫ ਪੋਲਿਟਿਸਾਈਜ਼ੇਸ਼ਨ ਹੈ। ਇਹਨਾਂ ਨੇ ਕਿਹਾ ਬਟਵਾਰੇ ਕੇ ਟਾਈਮ में कुछ मुद्दे कांग्रेस ने छोड़े सर, जानबूझ के। ठीक है, ਸਮਾਂ ਬਹੁਤ ਘੱਟ ਹੈ। ਮੈਂ ਜਿਹੜੇ ਗੱਲ ਕਹਿ ਰਿਹਾ ਸੀਗਾ, ਮੈਂ ਇਨਫੈਕਟ ਖੜਿਆਲ ਸਾਹਿਬ ਤੋਂ ਵੀ ਰਿਐਕਸ਼ਨ ਲਵਾਂਗਾ, ਤੇ ਤੁਸੀਂ ਫਾਇਦਾ ਸਮਝਾ ਦਿਓ ਕਿ ਜੇਕਰ ਐਫੀਲੀਏਸ਼ਨ ਹਰਿਆਣੇ ਦੀ ਹੁੰਦੀ ਹੈ ਤਾਂ ਪੰਜਾਬੀਆਂ ਨੂੰ ਕੋਈ ਫਾਇਦਾ ਹੈ? ਸਰ मेरी गल सुनो, अज जे आपे ही कह रहे ना 30% बच्चे पढ़ रहे हैं। जे एक सैकुलर शिक्षा की पद्धति, एक सैकुलर अच्छी सोच देश च फैलूगी, जिथे देश च अज नफरत राजनीति चल रही, नफरत की शिक्षा पढ़ाई जा रही है, तो वो तो चंगा ही होगा ना। जे बच्चे अच्छी चीजें पढ़ने, जे बच्चे सैकुलरिज्म इस देश के फ्यूचर बारे। ठीक है, फाइनल रिएक्शन नहीं, मैं पीछे टाइम बहुत कट है। मैं खड़ियाल साहब तेरे को फाइनल रिएक्शन नहीं आऊंगा, प्लीज थोड़े वेट करो। मैं एक बार चौहान साहब दा रुख करना। चौहान साहब, गौरव जी एक पॉइंट बोलना है तो ज्यादा नहीं बोलूंगा। इनको ठीक है, खड़ियाल साहब बहुत छोटा जा पॉइंट प्लीज। आपने क्या ना, आपने की गल कही है भी शिक्षा वंडन नाल वधदी है, कल ਨੂੰ ਕਹਿਣਗੇ ਪਾਣੀ ਦੀ ਵੰਡਣ ਨਾਲ ਵੱਧਦਾ ਹੈ। SYL ਤੇ ਪਾਣੀ ਵੰਡ ਲਓ। ਕੇਜਰੀਵਾਲ ਸਾਹਿਬ ਨੇ ਤਾਂ ਆਲਰੇਡੀ ਕਹਿਤਾ ਦੋਵਾਂ ਦਾ ਹੱਕ ਹੈ। ਦਿੱਕਤ ਪਤਾ ਕੀ ਹੈ ਗੌਰਵ ਜੀ, ਇੱਕ ਚੀਜ਼ ਸਮਝ ਲਈਏ ਕਿ ਹਰਿਆਣਾ ਦੇ ਸਟੂਡੈਂਟਸ ਹੋਰ ਸਟੇਟਸ ਦੇ ਸਟੂਡੈਂਟਸ ਆਲਰੇਡੀ ਇੱਥੇ ਐਡਮਿਸ਼ਨ ਲੈ ਸਕਦੇ ਆ ਸਕਦੇ ਆ, ਪਾਬੰਦੀ ਨਹੀਂ। ਲੇਕਿਨ ਜੇ ਇਕੁਆਲਿਟੀ ਤੁਹਾਡੀ ਪ੍ਰਾਇੋਰਟੀ ਹੈ, ਬਰਾਬਰੀ ਸਭ ਨੂੰ ਮਿਲੇ ਤਾਂ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਗੱਲ ਕਿਉਂ ਕੀਤੀ ਸੀ ਵੀ ਪੰਜਾਬ ਦੇ ਵਿੱਚ ਰਿਜ਼ਰਵੇਸ਼ਨ ਬਿੱਲ ਲਿਆਵਾਂਗੇ, ਜਿਹੜੀਆਂ ਸਰਕਾਰੀ ਤੇ ਪ੍ਰਾਈਵੇਟ ਜੌਬਸ ਆ ਉਹ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਮਿਲਣਗੀਆਂ। 90% 80% ਰਿਜ਼ਰਵੇਸ਼ਨ। ठीक है, चलो अपन जवाब लगाएंगे, मेरे को समय बहुत कट है। चौहान साहब एक सरल सी बात सबको समझनी चाहिए। जब पंजाब का बंटवारा हुआ उस समय पंजाब यूनिवर्सिटी को पंजाब की स्टेट यूनिवर्सिटी का वाला दर्जा नहीं दिया गया था। पंजाब में जो स्टेट यूनिवर्सिटीज थी उस हिस्से में वो वहां रह गई, जो यूनिवर्सिटीज कुरुक्षेत्र समेत हमारी तरफ थी वो इधर रह गई। पंजाब यूनिवर्सिटी का उस समय भी स्टेटस वो पंजाब की राज्य यूनिवर्सिटी का नहीं था।
इसका संचालन आज भी गृह मंत्रालय कर रहा है। जो भी बदलाव हुए हैं, चाहे 1997 में हुए, चाहे 1973 में हुए, वो होम मिनिस्ट्री ने किए। पैसा आज भी केंद्र ज्यादा दे रहा है। हरियाणा का प्रतिनिधित्व 1997 तक था। हम किसी और की बाह नहीं पकड़ रहे, किसी और की धरती पर, किसी और की प्रॉपर्टी पर हक नहीं जता रहे, जिस पर हमारा पहले दिन से। चौहान साहब, समय बहुत कम है, एक जवाब दे दीजिए। पंजाबी जानना चाहते होंगे। आपने बड़ी तफसील से बता दिया कि पंजाब की नहीं है, पंजाब के अधीन नहीं आती, लेकिन हरियाणा की भी नहीं है। एक सेकंड, मैंने तो नहीं कहा कि केवल हरियाणा की, मैं सिर्फ ये कह रहा हूं, जैसे पंजाब पानी पर हमारे हक को सुप्रीम कोर्ट के फैसले के बावजूद नहीं मान रहा, धक्का कर रहा है, हरियाणा यही पंजाब बोलता है, यही पंजाब बोलता है। पंजाब यही बोल सकती है, आप भी हंगा कर रहे हो। चलो ठीक है, चलेगा, कंक्लूड वाले पास से बढ़िए चलेगा जी। देश गौरव जी एक जवाब ले लो। बिल्कुल वहीं से चलेगा सर, संविधान से ऊपर कुछ नहीं चलेगा। धक्काशाही नहीं चलनी चाहिए, किसी ने भी धक्का करने का हक नहीं है। ठीक है, बहुत छोटी स्टेटमेंट पुलर साहब, 10 सेकंड्स दे पाऊंगा प्लीज, इस तो ज्यादा नहीं जी, मेरे को समय खत्म हो चुका है। ਗੱਲ ਇਸ ਤਰ੍ਹਾਂ ਹੈ ਗੌਰਵ ਜੀ, ਚੌਹਾਨ ਸਾਹਿਬ ਨੂੰ ਮੈਂ ਗੱਲ ਦੱਸ ਦੇਣੀ ਚਾਹੁੰਦਾ ਹੈ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਧਰਤੀ ਤੇ ਬਣੀ ਹੈ, ਔਰ ਅਗਰ ਇਸ ਤਰੀਕੇ ਦਾ ਧੱਕਾ ਕਰਨ ਦੀ ਕੋਸ਼ਿਸ਼ ਕਰਕੇ ਫਿਰ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਵੀ ਹੋਏਗੀ, ਫਿਰ ਪਾਣੀ ਦੀ ਗੱਲ ਵੀ ਹੋਏਗੀ, ਬਿਜਲੀ ਜਿਹੜੀ ਦਿੰਦੇ ਉਹਦੀ ਗੱਲ ਵੀ ਹੋਏਗੀ, ਫਿਰ ਹਰ ਮੁੱਦਾ ਉੱਠੇਗਾ। ਇਹ ਇਸ ਗੱਲ ਚ ਨਾ ਰਹਿਣ, ਧੱਕਾ ਕਰਕੇ ਤੁਸੀਂ ਪੰਜਾਬ ਦੇ ਹੱਕਾਂ ਨੂੰ ਨਹੀਂ ਲੈ ਕੇ ਲੁੱਟ ਸਕਦੇ। ਤੁਹਾਨੂੰ ਇਹ ਸਾਫ਼ ਦੱਸ ਦਈਏ, ਉਹਦੇ ਲਈ ਸੰਘਰਸ਼ ਕਰਨਾ ਪਏਗਾ। ਸ਼੍ਰੋਮਣੀ ਅਕਾਲੀ ਦਲ ਡਟ ਕੇ ਸੰਘਰਸ਼ ਕਰੇਗਾ, ਚਾਹੇ ਆਮ ਆਦਮੀ ਪਾਰਟੀ ਹਥਿਆਰ ਸੁੱਟ ਜੇ, ਚਾਹੇ ਸਾਹਿਬ ਭਗਵੰਤ ਮਾਨ ਸਾਹਿਬ ਹਥਿਆਰ ਸੁੱਟ ਜੇ, ਤੁਹਾਨੂੰ ਲੁਟਾ ਦੇਣ, ਲੇਕਿਨ ਸ਼੍ਰੋਮਣੀ ਅਕਾਲੀ ਦਲ ਡਟ ਕੇ ਆਪਣੇ ਹੱਕਾਂ ਨੂੰ ਇੱਕ ਨਵੀਂ ਚਰਚਾ ਜ਼ਰੂਰ ਦੇਗਾ, ਔਰ ਤੁਹਾਨੂੰ ਲੁੱਟਣ ਨਹੀਂ ਦੇਗਾ ਪੰਜਾਬ ਨੂੰ। पुलर जी, पंजाबी बोलते इलाके भी मंगे जाएंगे, पहुंच नहीं पाती, इसलिए रिक्वेस्ट कर रहा हूं कि एक एक करके बोल लीजिए। पुलर साहब ਤੁਹਾਡੀ ਗੱਲ ਆ ਗਈ, ਆਪਣੇ ਕੋਲ ਸਮਾਂ ਬਹੁਤ ਘੱਟ ਹੈ, ਮੈਂ ਗਰੇਵਾਲ ਸਾਹਿਬ ਦਾ ਇੱਕ ਫਾਈਨਲ ਰਿਐਕਸ਼ਨ ਗੌਰਵ ਜੀ ਤੁਹਾਡੇ ਸਵਾਲ ਦਾ ਜਵਾਬ ਗੌਰਵ ਜੀ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਵੀ ਉੱਠੇਗੀ ਜੀ। ਗੌਰਵ ਜੀ ਐਫੀਲੀਏਸ਼ਨ ਦੀ ਗੱਲ ਕੀਤੀ ਤੁਸੀਂ, ਵੀ ਐਫੀਲੀਏਸ਼ਨ ਨਾਲ ਪੰਜਾਬ ਦਾ ਕੀ ਘਾਟਾ ਹੋਊਗਾ? ਇੱਕ ਚੀਜ਼ ਸਿੰਪਲ ਹੈ ਕਿ ਐਫੀਲੀਏਸ਼ਨ ਆਪਾਂ ਹਜ਼ਾਰਾਂ ਲੱਖਾਂ ਕਾਲਜਾਂ ਤੋਂ ਤਾਂ ਦੇ ਨਹੀਂ ਸਕਦੇ, ਲਿਮਿਟਡ ਸਲੋਟਸ ਹੋਣਗੇ। ਸੋ ਜੇ ਹਰਿਆਣੇ ਦੇ ਕਾਲਜਸ ਨੂੰ ਐਫੀਲੀਏਸ਼ਨ ਮਿਲਣ ਲੱਗ ਜੂਗੀ ਤੇ ਪੰਜਾਬ ਦੇ ਕਾਲਜਸ ਤਾਂ ਆਪੇ ਘੱਟ ਐਫੀਲੀਏਸ਼ਨ ਲੈ ਸਕਣਗੇ। ਸਮਝ ਗਏ ਨਾ, ਇਸ ਤੋਂ ਗੱਲ ਸਮਝ ਆ ਗਈ, ਕਲੀਅਰ ਹੋ ਗਈ ਕਿਵੇਂ ਪੁਆਇੰਟ ਵੈਲਿਡ ਹੈ, ਇਸ ਦੇ ਪੈਰਲਲ ਬਹੁਤ ਸਾਰੇ ਦਲੀਲਾਂ ਹੋ ਸਕਦੀਆਂ ਨੇ, ਪਰ ਇਹ ਵੀ ਇੱਕ ਪੁਆਇੰਟ ਹੈ ਕਿ ਕਿੰਨੇ ਕੁ ਨੂੰ ਤੁਸੀਂ ਐਫੀਲੀਏਟ ਕਰ ਲਓਗੇ। ਗਰੇਵਾਲ ਸਾਹਿਬ ਠੀਕ ਹੈ ਸਰ, ਪੁਆਇੰਟ ਆ ਗਿਆ ਤੁਹਾਡਾ। गरेवाल साहब थैंक यू। फैसला करने का हक इसमें पंजाब को नहीं है, सेंटर की सरकार को है। सेंट्रल गवर्नमेंट ही पंजाब यूनिवर्सिटी को संचालित करती है, वही फाइनल फैसला लेगी। पंजाब ये कहे कि ठीक है सर, आपका आंसर आ गया। एक बार रिएक्शन ले लेने दीजिए उनसे। नहीं है गरेवाल साहब क्लियर करो तुसी प्लीज, फाइनल रिएक्शन ਤੁਹਾਡਾ गरेवाल साहब। फाइनल रिएक्शन ये है सर कि सरल गल्लां ਜਿਹੜੀਆਂ ਹੁੰਦੀਆਂ ਨੇ ਉਹ ਸ਼ਾਖਾ ਚ ਹੁੰਦੀਆਂ ਨੇ, ਵੈਸੇ ਕੰਪਲਿਕੇਟਡ ਗੱਲਾਂ ਹੁੰਦੀਆਂ। ਪਹਿਲੀ ਗੱਲ। ਦੂਜੀ ਗੱਲ, ਯੂਨੀਵਰਸਿਟੀ ਪੰਜਾਬ ਦੀ ਹੈ, ਸਾਨੂੰ ਸਿੱਖਿਆ ਵੰਡਣ ਚ ਕੋਈ ਹਰਜ ਨਹੀਂ, ਪਰ ਅਕਾਲੀ ਭਾਜਪਾ ਇਸ ਤੋਂ ਬਾਅਦ ਇਕੱਠੇ ਨਾ ਹੋਣ, ਸਹੁੰ ਪਾ ਲੈਣ। ਜਿਹੜੇ ਅੱਜ ਸਵੇਰੇ ਜੱਫੀਆਂ ਪੈ ਰਹੀਆਂ ਸੀਗੀਆਂ ਉਹ ਪੱਕਾ ਕਰ ਲੈਣ ਕਿ ਅਸੀਂ ਕਦੇ ਇਕੱਠੇ ਨਹੀਂ ਹੋਵਾਂਗੇ, ਤੇ ਜਦੋਂ ਇਕੱਠੇ ਸੀ ਉਦੋਂ ਇਹਨਾਂ ਨੇ ਆਹੀ ਸਿੱਖੀ ਛੇੜੀ ਰੱਖੀ ਹੈ, ਆਹੀ ਸਿੱਖੀ ਛੇੜੀ ਰੱਖੀ ਹੈ। ਲਾਉਂਦੇ ਆਪਾਂ ਨੂੰ ਇਹਨਾਂ ਨੂੰ ਕਾਂਗਰਸ ਨੇ ਜੱਫੀਆਂ ਪਾਉਣ ਨੂੰ ਫਿਰਦੇ ਹੋ। ਅਸੀਂ ਕਹਿੰਦੇ ਆ ਪੰਜਾਬ ਦੇ ਤਰਲੇ ਮਾਰਦੇ ਫਿਰਦੇ ਲੋਕਾਂ ਦੇ ਬੂਹਾ ਜਾ ਰਾ ਕੇ। ਚਲੋ ਠੀਕ ਹੈ ਸਰ, ਸ਼ੁਕਰੀਆ ਬਹੁਤ ਬਹੁਤ ਧੰਨਵਾਦ। ਮੈਂ ਮਾਫੀ ਚਾਹ ਰਿਹਾ ਵਿਚਾਲੇ ਰੋਕ ਕੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਨਾ ਜ਼ਰੂਰੀ ਹੈ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਵਿਰੋਧ ਕਰਦੇ। ਠੀਕ ਹੈ ਪੁਲਰ ਸਾਹਿਬ, ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ, ਜਿੰਨੀ ਇੰਨਾ ਹੀ ਸਮਾਂ ਸੀ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ। ਖੈਰ ਸਿੱਖਿਆ ਦੇ ਲਈ ਤਾਂ ਇਹ ਕਿਹਾ ਜਾਂਦਾ ਹੈ, ਉਹ ਕਹਿੰਦੇ ਨੇ ਕਿ ਗਿਆਨ ਵੰਡਣ ਦੇ ਨਾਲ ਵੱਧਦਾ ਹੈ, ਤਾਂ ਕਿ ਵਾਕਈ ਜੇ ਸਿੱਖਿਆ ਵੰਡੀ ਜਾਏ ਤਾਂ ਉਹ ਵਧੇਗੀ। ਹੁਣ ਸਵਾਲ ਇਹ ਵੀ ਹੈ ਕਿ ਕਈ ਵਾਰ ਆਪਾਂ ਨੂੰ ਪ੍ਰੈਕਟੀਕਲ ਤੇ ਬਹੁਤ ਸਿੱਧੇ ਤੌਰ ਦੇ ਉੱਤੇ ਗੱਲਾਂ ਕਰਨ ਦੀ ਜ਼ਰੂਰਤ ਵੀ ਹੁੰਦੀ ਹੈ। ਉਹੀ ਗੱਲ ਅੱਜ ਕਿ ਵਾਕਈ ਹਰਿਆਣਾ ਵਾਲੇ ਕੌਣ, ਪੰਜਾਬ ਵਾਲੇ ਕੌਣ, ਆਪਾਂ ਅੱਗੇ ਵੀ ਸਾਰੀ ਜ਼ਿੰਦਗੀ ਆਉਣ ਵਾਲੀਆਂ ਪੀੜ੍ਹੀਆਂ ਆਹੀ ਗੱਲਾਂ ਕਰਦੀਆਂ ਰਹਿਣਗੀਆਂ, ਜਾਂ ਫਿਰ ਪੋਲੀਟੀਕਲ ਤੌਰ ਦੇ ਉੱਤੇ ਔਰ ਪੰਜਾਬੀ ਔਰ ਹਰਿਆਣਾ ਵਾਲਿਆਂ ਦੇ ਤੌਰ ਦੇ ਉੱਤੇ ਉਹ ਗੱਲ ਕਰਨਗੇ ਕਿ ਅਸੀਂ ਇੱਕ ਹੈ। ਅਸੀਂ ਉਸ ਪੁਆਇੰਟ ਦੇ ਉੱਤੇ ਕਦੇ ਪਹੁੰਚ ਸਕਦੇ ਹਾਂ, ਹਰ ਪੁਆਇੰਟ ਦੇ ਉੱਤੇ ਕਿ ਨਵਾਂ ਵਿਵਾਦ ਖੜਾ ਹੋਏਗਾ ਕਿ ਅੱਜ ਯੂਨੀਵਰਸਿਟੀ ਦੇ ਉੱਤੇ ਇੰਨਾ ਬਵਾਲ ਹੋ ਰਿਹਾ ਹੈ ਕਿ ਸਾਡੀ ਹੈ, ਤੁਹਾਡੀ ਹੈ, ਸੈਂਟਰ ਦੀ ਹੈ, ਕਿਸ ਦੀ ਹੈ, ਹਰ ਕੋਈ ਆਪੋ ਆਪਣੀ ਦਲੀਲ ਦੇ ਰਿਹਾ ਹੈ। ਪਰ ਕੀ ਵਾਕਈ ਕਦੇ ਇਸ ਤਰੀਕੇ ਨਾਲ ਗੱਲ ਹੋਏਗੀ ਕਿ ਜੇ ਪੰਜਾਬ ਯੂਨੀਵਰਸਿਟੀ ਇੱਕ ਬਹੁਤ ਵੱਡਾ ਇਤਿਹਾਸਿਕ ਅਦਾਰਾ ਹੈ, ਤਾਂ ਕਿ ਇਸ ਦੇ ਪੈਰਲਲ ਕੁਝ ਅਜਿਹਾ ਸ਼ੁਰੂ ਕੀਤਾ ਜਾਵੇ ਜੋ ਦੋਵੇਂ ਸਟੇਟਸ ਦੇ ਵਿਚਾਲੇ ਹੋਏਗਾ। ਕੋਈ ਅਜਿਹੀ ਯੂਨੀਵਰਸਿਟੀ ਨਵੀਂ ਖੜੀ ਕਰ ਲਈ ਜਾਵੇ ਜਿਸ ਦਾ ਲੈਵਲ ਪੰਜਾਬ ਯੂਨੀਵਰਸਿਟੀ ਦੇ ਬਰਾਬਰ ਹੋਵੇ, ਕੁਝ ਐਸਾ ਕੀਤਾ ਜਾਵੇ। ਔਰ ਸਭ ਤੋਂ ਇੰਪੋਰਟੈਂਟ ਕਿ ਪੰਜਾਬ ਦੇ ਲੋਕ ਜਾਂ ਹਰਿਆਣਾ ਦੇ ਲੋਕ ਵੀ ਇਸ ਤਰੀਕੇ ਨਾਲ ਸੋਚ ਰਹੇ ਨੇ ਕਿ ਇਹ ਤਾਂ ਸਾਡੇ ਦੁਸ਼ਮਣ ਨੇ,
ਹਰਿਆਣਾ ਵਾਲੇ ਸਾਡੇ ਦੁਸ਼ਮਣ ਨੇ ਜਾਂ ਪੰਜਾਬ ਵਾਲੇ ਸਾਡੇ ਦੁਸ਼ਮਣ ਨੇ? ਨਹੀਂ, ਇਸ ਤਰੀਕੇ ਨਾਲ ਕੋਈ ਨਹੀਂ ਸੋਚ ਰਿਹਾ। ਪਰ ਉਮੀਦ ਕਰਦੇ ਹਾਂ ਪੋਲੀਟੀਕਲ ਤੌਰ ਦੇ ਉੱਤੇ ਵੀ ਕੁਝ ਵੱਖਰਾ ਨਵਾਂ ਸਾਨੂੰ ਸੁਣਨ ਨੂੰ ਮਿਲੇ ਇਹਨਾਂ ਇਲਜ਼ਾਮ ਤਰਾਸ਼ੀਆਂ ਤੋਂ ਇਲਾਵਾ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ।